ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਹੋਣਗੇ ਸੀਨੀਅਰ ਜਰਨਲਿਸਟ ਮਨਜੀਤ ਭਾਸਕਰ ਔਰ ਉੱਘੇ ਸਿੱਖ ਵਿਦਵਾਨ ਡਾਕਟਰ ਬਲਕਾਰ ਸਿੰਘ। ਦੋ ਅਹਿਮ ਮਾਮਲੇ ਸਾਹਮਣੇ ਨੇ। ਇੱਕ ਤਾਂ ਨਵੇਂ ਆਈਜੀ ਪਟਿਆਲੇ ਦੇ ਮੁਖਵਿੰਦਰ ਸਿੰਘ ਸ਼ੀਨਾ ਥੋੜੀ ਦੇਰ ਪਹਿਲਾਂ ਪ੍ਰੈਸ ਨਾਲ ਗੱਲ ਕਰ ਰਹੇ ਸੀਗੇ, ਜਿੱਥੇ ਉਹਨਾਂ ਨੇ ਸਾਰੀ ਕੌਨਸਪੀਰੇਸੀ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਹੈ। ਉਹਦੇ ਤੇ ਭਾਸਕਰ ਸਾਹਿਬ ਨਾਲ ਗੱਲ ਕਰਾਂਗੇ। ਔਰ ਦੂਜਾ ਅਹਿਮ ਮਾਮਲਾ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲਗਾਤਾਰ ਸਿੱਖ ਲੋਕਾਂ ਨਾਲ ਗੱਲਬਾਤ ਅੱਗੇ ਵਧਾ ਰਹੇ। ਇੱਕ ਸਿਲਸਿਲਾ ਬਣਿਆ ਹੋਇਆ। ਚੌਥੇ ਪੜਾਅ ਦੀ ਗੱਲਬਾਤ ਬੀਤੇ ਦਿਨ ਹੋਈ ਆ। ਆਖਰ ਉਹ ਕਿਹੜੇ ਮਾਮਲੇ ਆ ਜਿਨ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਿੱਖ ਵਫਦਾਂ ਨੂੰ ਮਿਲ ਰਹੇ ਆ? ਇਹ ਬੜਾ ਅੱਛਾ ਜੈਸਚਰ ਆ ਉਹਨਾਂ ਦਾ, ਔਰ ਉਹਨਾਂ ਦਾ ਕੰਸਰਨ ਸਿੱਖ ਕੌਮ ਪ੍ਰਤੀ ਦੇਖ ਕੇ ਚੰਗਾ ਲੱਗਦਾ ਹੈ। ਪਰ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਇਹਨਾਂ ਮੀਟਿੰਗਸ ਦੇ ਵਿੱਚੋਂ ਸਿੱਖਾਂ ਲਈ ਔਰ ਪੰਜਾਬ ਲਈ ਕੁਝ ਨਿਕਲ ਕੇ ਆਵੇਗਾ? ਕੀ ਉੱਥੇ ਉਠਾਏ ਜਾ ਰਹੇ ਮਸਲੇ ਜਾਂ ਡਿਸਕਸ ਕੀਤੀਆਂ ਜਾ ਰਹੀਆਂ ਚੀਜ਼ਾਂ ਪੰਜਾਬ ਦੀ ਰੂਹ ਨੂੰ ਔਰ ਸਿੱਖ ਕੌਮ ਦੀ ਬੁਨਿਆਦ ਨਾਲ ਜੁੜੀਆਂ ਹੋਈਆਂ ਨੇ ਕਿ ਨਹੀਂ? ਇਹ ਇੱਕ ਵੱਡਾ ਵਿਸ਼ਾ। ਸਰਦਾਰ ਬਲਕਾਰ ਸਿੰਘ ਤੋਂ ਇਹਦੇ ਸੰਬੰਧੀ ਜਾਣਕਾਰੀ ਲੈਂਦੇ ਆ। ਉਂਝ ਪ੍ਰਧਾਨ ਮੰਤਰੀ ਸਾਹਿਬ ਦੇ ਸਾਹਮਣੇ ਇੱਕ ਪੰਜਾਬ ਦੀ ਤਸਵੀਰ ਆਲਰੇਡੀ ਪਈ ਹੋਈ ਹੈ। ਪੰਜਾਬ 1984 ਵੇਲੇ ਵਲੋਂਦਰਿਆ ਗਿਆ, ਅਜੇ ਤੱਕ ਪਾਰਲੀਮੈਂਟ ਦੇ ਵਿੱਚ ਉਹਦਾ ਜ਼ਿਕਰ ਨਹੀਂ ਹੋਇਆ। ਸ਼ਾਇਦ ਪਹਿਲੀ ਮੀਟਿੰਗ ਦੇ ਵਿੱਚ ਇਹ ਗੱਲ ਉੱਠੀ ਵੀ ਸੀ। ਦੂਜਾ ਮਾਮਲਾ, ਪੰਜਾਬ ਦੀ ਇੰਡਸਟਰੀ ਪਹਾੜੀ ਸੂਬਿਆਂ ਨੂੰ ਮਿਲੀਆਂ ਰਿਆਇਤਾਂ ਕਰਕੇ ਸਾਰੀ ਹਿਜਰਤ ਕਰ ਗਈ, ਔਰ ਅਜੇ ਵੀ ਉਹ ਰਿਆਇਤਾਂ ਜਿਵੇਂ ਦੀਆਂ ਤਿਵੇਂ ਨੇ, ਉਹਨਾਂ ਦੇ ਉੱਤੇ ਕੰਮ ਕਰਨਾ ਬਾਕੀ ਆ। ਚੰਡੀਗੜ੍ਹ ਦੇ ਮਾਮਲੇ ਜਾਂ ਪਾਣੀਆਂ ਦੀਆਂ ਗੱਲਾਂ, ਇਹ ਉਦਾਂ ਹੀ ਤੁਰੀਆਂ ਆਉਂਦੀਆਂ ਜਿਵੇਂ ਊਠ ਦਾ ਬੁੱਲ ਲਟਕਦਾ ਹੈ, ਕਦੇ ਡਿੱਗਦਾ ਨਹੀਂ। ਪ੍ਰਧਾਨ ਮੰਤਰੀ ਸਾਹਿਬ, ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਕਿਉਂਕਿ ਅਸੀਂ ਲੈਂਡ ਲੌਕਡ ਹੈ, ਇੰਡਸਟਰੀ ਰਹਿਤ ਹੋ ਚੱਲੇ ਆ, ਪੰਜਾਬ ਦੇ ਵਿੱਚੋਂ ਬੱਚੇ ਲਗਾਤਾਰ ਬਾਹਰ ਜਾ ਰਹੇ ਆ। ਹੁਣ ਕਿਹੜੇ ਮਾਮਲੇ ਆ ਜਿਹੜੇ ਐਡਰੈਸ ਕੀਤੇ ਜਾਣ ਤਾਂ ਕਿ ਪੰਜਾਬ ਦੀ ਰੂਹ ਨੂੰ ਐਡਰੈਸ ਕੀਤਾ ਜਾ ਸਕੇ? ਇਹ ਵੱਡਾ ਸਵਾਲ ਆ। ਇਹਦੇ ਤੇ ਸਰਦਾਰ ਬਲਕਾਰ ਸਿੰਘ ਹੋਣਾ ਔਰ ਭਾਸਕਰ ਸਾਹਿਬ ਨਾਲ ਗੱਲ ਕਰਾਂਗੇ। ਮੈਂ ਦੋਨਾਂ ਨੂੰ ਨਾਲ ਲੈਂਦਾ। ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਬਹੁਤ ਸ਼ੁਕਰੀਆ ਜੀ। ਭਾਸਕਰ ਸਾਹਿਬ, ਹੁਣ ਤੋਂ ਥੋੜੀ ਦੇਰ ਪਹਿਲਾਂ ਆਈਜੀ ਪਟਿਆਲਾ ਰੇਂਜ ਸਰਦਾਰ ਮੁਖਵਿੰਦਰ ਸਿੰਘ ਸ਼ੀਨਾ ਪ੍ਰੈਸ ਨੂੰ ਐਡਰੈਸ ਕਰ ਰਹੇ ਸੀਗੇ, ਔਰ ਉਹਨਾਂ ਨੇ ਕਾਫੀ ਡਿਟੇਲ ਦਿੱਤੀ ਆ। ਆਪਾਂ ਉੱਤੇ ਗੱਲ ਕਰਦੇ ਆਂ। ਲੇਕਿਨ ਸਰਦਾਰ ਸਾਹਿਬ, ਦੂਜਾ ਮਾਮਲਾ ਜਿਹੜਾ ਕੱਲ ਦਾ ਮੈਨੂੰ ਨੌਕ ਕਰਦਾ ਹੈ, ਉਹ ਹੈ ਪ੍ਰਧਾਨ ਮੰਤਰੀ ਜੀ ਦਾ ਜੈਸਚਰ ਸਿੱਖਾਂ ਲਈ। ਇੱਕ ਸਿਲਸਿਲਾ ਬਣਿਆ ਰਿਹਾ ਮੀਟਿੰਗਸ ਦਾ, ਔਰ ਇਹ ਚੌਥਾ ਪੜਾਅ ਸੀਗਾ ਜਿਹਦੇ ਵਿੱਚ ਕੱਲ ਉਹ ਬਹੁਤ ਸਾਰੇ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਨੂੰ ਮਿਲੇ। ਔਰ ਇਹ ਵਿਅਕਤੀਗਤ ਪਹੁੰਚ ਔਰ ਵਿਅਕਤੀਗਤ ਰਿਸ਼ਤੇ ਬਹੁਤ ਸੋਹਣੇ ਬਣੇ। ਲੇਕਿਨ ਇੱਕ ਸਵਾਲ ਲਗਾਤਾਰ ਉੱਠ ਰਿਹਾ ਕਿ ਪੰਜਾਬ ਦੀ ਰੂਹ ਕੀ ਚਾਹੁੰਦੀ ਆ ਔਰ ਸਿੱਖਾਂ ਦੇ ਮਸਲੇ ਹੈ ਕੀ ਨੇ? ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਇਹ ਸਾਰੇ ਮਾਮਲੇ ਨੂੰ ਦੇਖ ਰਿਹਾ, ਔਰ ਜਿਸ ਤਰੀਕੇ ਨਾਲ ਇਹ ਸਾਰਾ ਘਟਨਾਕ੍ਰਮ ਅੱਗੇ ਵਧ ਰਿਹਾ, ਉਹਦੇ ਵਿੱਚੋਂ ਪੰਜਾਬ ਨੂੰ ਜਾਂ ਸਿੱਖਾਂ ਨੂੰ ਕੀ ਮਿਲਣ ਵਾਲਾ ਹੈ? ਕੱਲ ਜੋ ਕੁਝ ਪਟਿਆਲੇ ਦੇ ਵਿੱਚ ਹੋਇਆ, ਉਹ ਸ਼ਾਇਦ ਪੰਜਾਬ ਦੇ ਵਿੱਚ ਸਾਜ਼ਿਸ਼ ਦਾ ਇੱਕ ਹਿੱਸਾ ਸੀਗਾ। ਇਹ ਗੱਲ ਅਸੀਂ ਕੱਲ ਵੀ ਕਹੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਜਿਸ ਤਰੀਕੇ ਨਾਲ ਜੋ ਕੁਝ ਹੋਇਆ ਔਰ ਜਿੰਨੇ ਕੁ ਬੰਦਿਆਂ ਨੇ ਕੀਤਾ, ਉਹ ਪਹਿਲੇ ਹੀ ਆਇਡੈਂਟੀਫਾਈਡ ਸੀਗੇ। ਯਾਨੀ ਗੱਲ ਇਹ ਵੀ ਨਿਕਲ ਕੇ ਆਉਂਦੀ ਹੈ, ਜੇ ਇਸ ਨੂੰ ਰੋਕਿਆ ਜਾਣਾ, ਅਗਰ ਰੋਕਿਆ ਜਾ ਸਕਦਾ ਸੀਗਾ ਤੇ ਰੋਕਿਆ ਕਿਉਂ? ਕਿਉਂਕਿ ਜੀ। ਕੁਝ ਬੰਦਿਆਂ ਨੂੰ ਡਿਟੇਨ ਕਰਕੇ ਜੇ ਇਹ ਰੋਕਿਆ ਜਾ ਸਕਦਾ ਸੀਗਾ ਤੇ ਇੱਥੇ ਤੱਕ ਗੱਲ ਪਹੁੰਚਦੀ ਨਹੀਂ। ਜਾਂ ਤੇ ਜਿਹੜੇ ਅਫਸਰ ਨੇ ਉਹ ਇਸ ਗੱਲ ਨੂੰ ਬੜਾ ਅੰਡਰ ਐਸਟੀਮੇਟ ਜਿਹਾ ਕਰ ਗਏ, ਜਾਂ ਉਹ ਓਵਰ ਐਸਟੀਮੇਟ ਕਰ ਗਏ। ਯਾਨੀ ਓਵਰ ਐਸਟੀਮੇਟ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਸਭ ਕੁਝ, ਇਹ ਕਾਲ, ਇਹ ਪਰਮਿਸ਼ਨ ਨਾ ਦੇਣ ਤੱਕ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਪਰਮਿਸ਼ਨ ਨਹੀਂ ਦਿੱਤੀ, ਕੁਝ ਨਹੀਂ ਹੋਏਗਾ। ਪਰ ਨਾਰਮਲੀ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਨ ਦਾ ਤਰੀਕਾ ਇਦਾਂ ਦਾ ਨਹੀਂ ਹੁੰਦਾ, ਜੋ ਕਿ ਜੀ। ਕੱਲ ਪਟਿਆਲੇ ਦੇ ਵਿੱਚ ਦੇਖਿਆ ਗਿਆ। ਅੱਜ ਕਈ ਅਫਸਰ ਚੇਂਜ ਹੋਏ। ਕੱਲ ਹਰੀਸ਼ ਸਿੰਗਲਾ ਇੱਕ ਨਾਮ ਦਾ ਇੱਕ ਵਿਅਕਤੀ ਗ੍ਰਿਫਤਾਰ ਹੋਇਆ, ਉਹਦੀ ਅੱਜ ਪੁਲਿਸ ਰਿਮਾਂਡ 2 ਦਿਨ ਦੀ ਮਿਲ ਗਈ। ਉਸ ਤੋਂ ਬਾਅਦ 25 ਟੋਟਲ ਬੰਦੇ ਨਾਮਜ਼ਦ ਕੀਤੇ ਗਏ, ਜਿਨ੍ਹਾਂ ਵਿੱਚੋਂ ਸਿਰਫ 3 ਹਜੇ ਤੱਕ ਫੜੇ ਗਏ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਰਜਿੰਦਰ ਪਰਵਾਨਾ ਕਰਕੇ ਇੱਕ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਉਹਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਇਹਨਾਂ ਸਾਰੀ ਗੱਲਾਂ ਦੇ ਪਿੱਛੇ ਜੋ ਕੁਝ ਕੱਲ ਪਟਿਆਲੇ ਦੇ ਵਿੱਚ ਹੋਇਆ, ਉਹ ਅਗਰ ਪੂਰੀ ਦੇਸ਼ ਦੇ ਵਿੱਚ ਤੁਸੀਂ ਨਜ਼ਰ ਮਾਰੋਗੇ ਤੇ ਇੱਕ ਪੈਟਰਨ ਜਿਹਾ ਬਣ ਰਿਹਾ। ਔਰ ਧਾਰਮਿਕ ਮੁੱਦਿਆਂ ਦੇ ਉੱਤੇ ਭਾਵੇਂ ਯੂਪੀ ਦੇ ਵਿੱਚ ਬੁਲਡੋਜ਼ਰ ਵਾਲੀ ਰਾਜਨੀਤੀ ਸ਼ੁਰੂ ਹੋਈ ਹੈ, ਦਿੱਲੀ ਦੇ ਵਿੱਚ ਜਹਾਂਗੀਰਪੁਰੀ ਦੇ ਵਿੱਚ ਜੋ ਕੁਝ ਹੋਇਆ, ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਹਨੂਮਾਨ ਚਾਲੀਸਾ ਦੇ ਉੱਤੇ ਰਾਜਨੀਤੀ ਹੁੰਦੀ ਹੈ। ਯਾਨੀ ਇਹ ਸਾਰੀ ਧਾਰਮਿਕ ਮੁੱਦਿਆਂ ਦੇ ਉੱਤੇ ਰਾਜਨੀਤੀ। ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ 2-3 ਦਿਨ ਪਹਿਲੇ ਦੇਸ਼ ਦੇ ਬੜੇ ਵੱਡੇ
ਫਾਰਮਰ ਬਿਊਰੋਕਰੇਟਸ ਕਈ ਸੀਗੇ, ਉਹਨਾਂ ਦੇ ਬੜੇ ਵੱਡੇ ਵੱਡੇ ਨਾਂ ਨੇ। ਉਹਨਾਂ ਨੇ ਮੋਦੀ ਸਾਹਿਬ ਨੂੰ ਇੱਕ ਓਪਨ ਲੈਟਰ ਲਿਖਿਆ, ਖੁੱਲੀ ਚਿੱਠੀ। ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਮਾਈਨੋਰਿਟੀ ਕਮਿਊਨਿਟੀਜ਼ ਖਤਰਾ ਮਹਿਸੂਸ ਕਰ ਰਹੀਆਂ, ਔਰ ਐਦਾਂ ਦੀ ਬਹੁਤ ਸਾਰੀ ਗੱਲਾਂ ਲਿਖੀ ਜੋ ਵਾਕਈ ਕੇਂਦਰ ਸਰਕਾਰ ਦੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਸਟਾਈਲ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਚਲੋ ਆਪਾਂ ਉਹਨਾਂ ਗੱਲਾਂ ਦੀ ਤਰਫ ਨਹੀਂ ਜਾਂਦੇ। ਔਰ ਉਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ ਸਿੱਖਾਂ ਨੂੰ ਮਿਲਣਾ, NRI ਸਿੱਖ ਸਕਾਲਰ ਸੀਗੇ, ਸਿੱਖ ਕਾਫੀ ਸਾਰੇ ਤਾਦਾਦ ਦੇ ਵਿੱਚ ਉੱਥੇ ਸੀਗੇ, ਉਹਨਾਂ ਨੂੰ ਮਿਲਣਾ। ਉਸ ਤੋਂ ਪਹਿਲੇ ਲਾਲ ਕਿਲਾ ਦੇ ਵਿੱਚ ਜਿਹੜਾ ਉਹ 400 ਸਾਲਾ ਬਣਾਉਣਾ, ਔਰ ਉਸ ਤੋਂ ਪਹਿਲੇ ਜਿਹੜੇ ਐਨਵਾਇਰਨਮੈਂਟ ਜਾਂ ਸਿੱਖ ਸਕਾਲਰ ਸੀਗੇ ਪੰਜਾਬ ਦੇ, ਉਹਨਾਂ ਨੂੰ ਮਿਲਣਾ। ਚੌਥੀ ਮੀਟਿੰਗ ਸੀਗੀ, ਜਿਸ ਤਰ੍ਹਾਂ ਤੁਸੀਂ ਵੀ ਆਪਣੀ ਗੱਲਬਾਤ ਦੇ ਵਿੱਚ ਕਿਹਾ। ਗੱਲ ਤੇ ਐਵੇਂ ਕਿ ਮੋਦੀ ਉਹਨਾਂ ਸ਼ੋਅ ਤੇ ਕਰਨਾ ਚਾਹੁੰਦੇ ਨੇ ਕਿ ਆਪਾਂ ਸਿੱਖਾਂ ਦੇ ਨਾਲ ਆ, ਸਾਡਾ ਪੂਰਾ, ਕਿਉਂਕਿ ਇਹਨਾਂ ਸਾਰੀ ਗੱਲਾਂ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਕਾਫੀ ਟਾਈਮ ਤੋਂ, ਜਦ 5 ਜਨਵਰੀ ਨੂੰ ਮੋਦੀ ਪੰਜਾਬ ਆ ਰਹੇ ਸੀਗੇ, ਜਦ ਉਹਨਾਂ ਦੀ ਸਿਕਿਉਰਿਟੀ ਬ੍ਰੀਚ ਹੋਈ, ਉਸ ਟਾਈਮ ਵੀ ਇਹ ਗੱਲਾਂ ਨਿਕਲੀ ਸੀ ਕਿ ਪੰਜਾਬ ਨੂੰ ਉਹ ਬਹੁਤ ਕੁਝ ਦੇਣਾ ਚਾਹੁੰਦੇ ਨੇ। ਹਜੇ ਵੀ ਜਿਹੜੇ ਮੀਟਿੰਗਾਂ ਕਰ ਰਹੇ ਨੇ, ਇਹ ਲੱਗ ਰਿਹਾ ਕਿ ਕੁਝ ਦੇਣਾ ਚਾਹੁੰਦੇ ਨੇ, ਪਰ ਉਹ ਦੇ ਨਹੀਂ ਪਾ ਰਹੇ। ਉਹਦੇ ਵਾਸਤੇ ਮਾਹੌਲ ਨਹੀਂ ਬਣ ਰਿਹਾ। ਸ਼ਾਇਦ ਕ੍ਰੈਡਿਟ ਉਹ ਮਿਲੇ ਜਾਂ ਨਾ ਮਿਲੇ, ਇਸ ਗੱਲ ਦੀ ਵੇਟ ਹੋ ਰਹੀ ਹੈ। ਪਰ ਜਿਹੜਾ ਪਟਿਆਲੇ ਦੇ ਇਨਸੀਡੈਂਟ ਦੇ ਉੱਤੇ ਦੁਬਾਰਾ ਆਈਏ, ਤੇ ਅੱਜ ਕੁਝ ਪੁਲਿਸ ਅਫਸਰਾਂ ਨੂੰ ਬਦਲਿਆ ਗਿਆ। ਬਦਲੇ ਜਾਣ ਤੋਂ ਬਾਅਦ ਡੈਮੇਜ ਕੰਟਰੋਲ ਐਕਸਰਸਾਈਜ਼ ਕੀਤੀ ਜਾ ਰਹੀ ਹੈ। 25 ਬੰਦੇ ਜਿੱਦਾਂ ਨਾਮਜ਼ਦ ਕੀਤੇ ਆ, ਅਸੀਂ ਦੱਸਿਆ, 3 ਫੜੇ ਨੇ, 22 ਦਾ ਇੰਤਜ਼ਾਰ ਹੈ। ਛਾਪੇਮਾਰੀ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅੱਗੋਂ ਤੋਂ ਇਹ ਗੱਲ ਨਾ ਵਾਪਰੇ, ਔਰ ਇਸ ਕਨਸਪੀਰੇਸੀ ਨੂੰ ਐਕਸਪੋਜ਼ ਕਰਨਾ, ਕੌਣ ਇਹਦੇ ਪਿੱਛੇ ਸੀਗੇ ਜਿਹੜੇ ਨਜ਼ਰ ਨਹੀਂ ਆ ਰਹੇ, ਉਹਦਾ ਖੁਲਾਸਾ ਕਰਨਾ ਵੀ ਪੁਲਿਸ ਵਾਸਤੇ ਜਾਂ ਐਡਮਿਨਿਸਟ੍ਰੇਸ਼ਨ ਵਾਸਤੇ ਬਹੁਤ ਜ਼ਰੂਰੀ ਹੈ, ਤਾਂ ਕਿ ਐਦਾਂ ਦੇ ਲੋਕ ਅਗਰ ਬੇਨਕਾਬ ਹੋਣਗੇ ਤੇ ਅੱਗੇ ਵਾਸਤੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ, ਉਹਨੂੰ ਵੀ ਆਪਾਂ ਇਨਸ਼ੋਰ ਕਰ ਸਕਦੇ। ਸਰਦਾਰ ਬਲਕਾਰ ਸਿੰਘ, ਅਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਭਾਸਕਰ ਸਾਹਿਬ ਤੇ ਮੈਂ ਜ਼ਿਕਰ ਕਰ ਰਹੇ ਸੀਗੇ ਕਿ ਦੱਬੀ ਜ਼ਬਾਨ 'ਚ ਕੁਝ ਭਾਜਪਾਈ ਕਹਿੰਦੇ ਨੇ ਕਿ ਮੋਦੀ ਸਾਹਿਬ ਦਾ ਨਜ਼ਰੀਆ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਅਜੇ ਵੀ ਪੋਜ਼ਿਟਿਵ ਆ। ਹਾਲਾਂਕਿ ਪ੍ਰਦੇਸ਼ BJP ਉਹਨਾਂ ਨੂੰ ਬਿਲਕੁਲ ਵੇਖਣਾ ਵੀ ਨਹੀਂ ਚਾਹੁੰਦੀ। ਤੇ ਭਾਸਕਰ ਸਾਹਿਬ ਮੈਨੂੰ ਕਹਿ ਰਹੇ ਸੀਗੇ ਕਿ ਗੱਲਾਂ-ਗੱਲਾਂ 'ਚ ਕਿਤੇ-ਕਿਤੇ ਇਹ ਗੱਲ ਵੀ ਉੱਭਰਦੀ ਆ ਕਿ ਅਗਲਾ ਉਪ ਰਾਸ਼ਟਰਪਤੀ ਸਿੱਖ ਹੋ ਸਕਦਾ ਹੈ ਤੇ ਉਹ ਕੋਈ ਵੀ ਵੱਡਾ ਸਿੱਖ ਪ੍ਰਧਾਨ ਮੰਤਰੀ ਨੋਮੀਨੇਟ ਕਰ ਸਕਦੇ ਆ, ਕਿਉਂਕਿ ਉਹਨਾਂ ਕੋਲ ਮੇਰੇ ਖਿਆਲ ਕਾਫੀ ਹੱਦ ਤੱਕ ਇੰਨੀਆਂ ਵੋਟਾਂ ਹੈਗੀਆਂ ਕਿ ਉਹ ਆਪਣਾ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਜਿਤਾ ਸਕਣ। ਹੁਣ ਇਹ ਵੀ ਮਾਮਲਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਵਿਅਕਤੀਗਤ ਤੌਰ ਤੇ ਐਡਰੈਸ ਕਰ ਸਕਦੇ ਆ, ਵਿਅਕਤੀਗਤ ਤੌਰ ਤੇ ਐਡਜਸਟ ਕਰ ਸਕਦੇ ਆ, ਪਰ ਕੀ ਇਹਦੇ ਨਾਲ ਰੂਹ ਜਿਹੜੀ ਹੁੰਦੀ ਆ ਕਿਸੇ ਕੌਮ ਦੀ, ਕਿਸੇ ਖਿੱਤੇ ਦੀ, ਕਿਸੇ ਸਟੇਟ ਦੀ, ਉਹਨੂੰ ਸਿੰਜਿਆ ਜਾ ਸਕਦਾ? ਇਹ ਵੱਡਾ ਸਵਾਲ ਆ। ਹੁਣ ਗੱਲ ਇੱਥੋਂ ਤੁਸੀਂ ਸ਼ੁਰੂ ਕਰ ਲਓ। ਤੁਸੀਂ ਮੈਨੂੰ ਬੜੀ ਸੋਹਣੀ ਗੱਲ ਇੱਕ ਦਿਨ ਕਹੀ ਸੀਗੀ ਲਾਂਬਾ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਇਹ ਜੇ ਗੱਲ ਤੋਰ ਲਈ ਹੈ ਕਿ ਸਿੱਖਾਂ ਦੇ ਮਸਲੇ ਹੈ ਵੀ ਆ ਕੋਈ ਕਿ ਨਹੀਂ, ਕਿ ਸਿੱਖਾਂ ਦੇ ਮਸਲੇ ਹੈ ਕਿ ਵੀ ਇੱਥੇ ਗੱਲ ਕਰੋ। ਹੁਣ ਤੁਸੀਂ ਇਹ ਦੋਨਾਂ ਚੀਜ਼ਾਂ ਨੂੰ ਕਲੱਬ ਕਰਕੇ ਅੱਗੇ ਵਧਾਓ। ਦੇਖੋ ਰੰਧਾਵਾ ਸਾਹਿਬ, ਇੱਕ ਤੇ ਮੈਨੂੰ ਭਾਸਕਰ ਸਾਹਿਬ ਦੀ ਬੜੀ ਅੱਛੀ ਗੱਲ ਲੱਗੀ ਤੇ ਜਦੋਂ ਉਹ ਛੀਨਾ ਸਾਹਿਬ ਦੀ ਕਾਨਫਰੰਸ ਨੂੰ ਲੈ ਕੇ ਟਿੱਪਣੀ ਕਰ ਰਹੇ ਪਟਿਆਲਾ ਐਪੀਸੋਡ ਤੱਕ, ਮੈਂ ਪਟਿਆਲੇ ਵਿੱਚੋਂ ਹਾਂ, ਮੈਂ ਅਰਬਨ ਸਟੇਟ ਰਹਿਣਾ। ਅਰਬਨ ਸਟੇਟ ਵਾਲਿਆਂ ਨੂੰ ਪਤਾ ਨਹੀਂ ਵੀ ਸ਼ਹਿਰ ਵਿੱਚ ਕੀ ਹੋ ਗਿਆ। ਅੱਜ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਸੀ। ਗੁਰੂ ਤੇਗ ਬਹਾਦਰ ਹਾਲ ਖਚਾ ਖਚ ਭਰਿਆ ਹੋਇਆ ਸੀ ਜੀ, ਔਰ ਕੋਈ ਪੋਲੀਟੀਸ਼ੀਅਨ ਨਹੀਂ ਸੀ ਉੱਥੇ। ਕੰਗ ਸਾਹਿਬ ਪਹਿਲਾਂ ਦੇ ਵਾਈਸ ਚਾਂਸਲਰ ਜਿਹੜੇ ਸੀ ਐਗਰੀਕਲਚਰ ਯੂਨੀਵਰਸਿਟੀ, ਉਹ ਸੀ, ਤੇ ਪਾਤਰ ਸਾਹਿਬ ਸੀ, 2 ਬੰਦੇ ਵਿਸ਼ੇਸ਼ ਤੌਰ ਤੇ ਸੀ, ਤੇ ਬਾਕੀ ਸਾਰੇ ਯੂਨੀਵਰਸਿਟੀ ਵਾਲੇ ਸੀ। ਔਰ 2 ਵਜੇ ਤੱਕ ਗਹਿ ਗੱਚ ਪ੍ਰੋਗਰਾਮ ਚੱਲਦਾ ਰਿਹਾ, ਗੀਤ ਸੰਗੀਤ ਹੁੰਦਾ ਰਿਹਾ, ਪੰਜਾਬ ਮਤਲਬ ਬਹੁਤ ਅੱਛੀਆਂ ਗੱਲਾਂ ਹੁੰਦੀਆਂ। ਚਲੋ ਉਹ ਗੱਲ ਇੱਕ ਪਾਸੇ। ਮੇਰਾ ਮਤਲਬ ਇਹ ਹੈ ਕਿ ਪਟਿਆਲਾ ਜਿਹੜੀ ਆ ਇਹ 2 ਰੰਗ ਨੇ। ਇੱਕ ਰੰਗ ਕਾਲੀ ਦੇਵੀ ਦੇ ਮੰਦਿਰ ਦੇ ਅਰਾਊਂਡ ਦੇਖ ਰਹੇ ਹੋ, ਜਿਹੜਾ ਤੁਹਾਡੇ ਤੱਕ ਪਹੁੰਚਿਆ ਤਾਂ ਤੁਹਾਨੂੰ ਫਿਕਰ ਹੈ, ਜਿਹੜੇ ਕਮੈਂਟ ਕਰ ਰਹੇ ਸਨ ਉਹ। ਮੈਂ ਸਮਝਦਾ ਕਿ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਸਿੰਗਲਾ ਸਾਹਿਬ ਜਿਹਨੂੰ ਅੱਜ ਫੜਿਆ ਹੈ, ਉਹਨੂੰ ਜਦੋਂ ਸਿਕਿਉਰਿਟੀ ਦਿੱਤੀ ਸੀ ਉਦੋਂ ਕਿਉਂ ਨਹੀਂ ਸੋਚਿਆ? ਉਹਨੂੰ ਉਦੋਂ ਖਾਲਿਸਤਾਨ ਤੋਂ ਖਤਰਾ ਸੀ। ਖਾਲਿਸਤਾਨ ਜਿਹੜਾ ਮਤਲਬ ਪੰਜਾਬ ਵਿੱਚ ਹੈ ਹੀ ਨਹੀਂ। ਮਾਨ ਸਾਹਿਬ ਨੇ ਜਾ ਕੇ ਨਾਰੇ ਉਹਨੇ ਮਾਰੇ, ਮਤਲਬ ਉੱਥੇ ਮਾਨ ਸਾਹਿਬ ਦੇ ਧੜੇ ਨੇ ਅਕਾਲ ਤਖਤ ਤੇ ਜਾ ਕੇ, ਉਹਦੇ ਹਾਜ਼ਰੀਆਂ ਲਵਾਉਣ ਵਾਲੀ ਗੱਲ ਹੈ। ਖਾਲਿਸਤਾਨ ਕਿੱਥੇ ਆ ਉਹਦੇ ਚ? ਚਲੋ ਐਨੀ ਹਾਊ, ਮੈਂ ਉਹਨੂੰ ਡਿਫੈਂਡ ਨਹੀਂ ਕਰ ਰਿਹਾ। ਮੈਂ ਇਹ ਕਹਿਣਾ ਵੀ ਜਿਹੜੇ ਬੰਦੇ ਮਤਲਬ ਜੇ ਹਿੰਦੂ ਪ੍ਰਤੀਨਿਧ ਜਾਂ ਸਿੱਖ ਪ੍ਰਤੀਨਿਧ ਜਿਹੜੇ ਇਹਦੇ ਵਿੱਚ ਇਨਵੋਲਵ ਨੇ, ਉਹ ਮੇਰੇ ਮੁਤਾਬਕ ਸ਼ਰਾਰਤੀ ਅਨਸਰ ਹੈ।
ਉਹ ਸਿੱਖਾਂ ਦਾ ਸਿੱਖਾਂ ਨਾਲ ਕੋਈ ਤਾਲੁਕ ਨਹੀਂ, ਹਿੰਦੂਆਂ ਦਾ ਹਿੰਦੂਆਂ ਨਾਲ ਕੋਈ ਤਾਲੁਕ ਨਹੀਂ ਹੈ। ਜਿਹੜਾ ਭਾਈਚਾਰਾ ਅਸੀਂ ਹੁਣ ਤੱਕ ਮੇਨਟੇਨ ਕੀਤਾ ਹੈ, ਉਸ ਭਾਈਚਾਰੇ ਦੇ ਬੇਸ ਤੇ ਸਾਰਾ ਜ਼ੋਰ ਲੱਗਿਆ। ਸਾਰੇ ਹਿੰਦੁਸਤਾਨ ਵਿੱਚ ਜਿਹੜੀ ਮਤਲਬ ਧਰੁਵੀਕਰਨ ਦੀ ਪੋਲਿਟਿਕਸ ਹੋ ਰਹੀ ਹੈ, ਹਾਲਾਂਕਿ ਭਾਜਪਾ ਨੇ ਸ਼ੁਰੂ ਕੀਤੀ ਸੀ ਤਾਂ ਭਾਜਪਾ ਦੂਜਿਆਂ ਨੂੰ ਕਹਿ ਰਹੀ ਹੈ ਵੀ ਧਰੁਵੀਕਰਨ ਦੀ ਪੋਲਿਟਿਕਸ ਕਰਦੇ ਨੇ। ਉਹ ਤਾਂ ਕਸ਼ਮੀਰ 'ਚ ਵੀ ਕਹਿੰਦੇ ਧਰੁਵੀਕਰਨ ਦੀ ਪੋਲਿਟਿਕਸ ਹੋ ਰਹੀ ਹੈ। ਮੇਰਾ ਮਤਲਬ ਇਹ ਹੈ ਕਿ ਪੰਜਾਬ ਡਿਸਟਿੰਕਟ ਹੈ। ਜਦੋਂ ਉਹਨੇ ਆਪ ਦੇ ਆ ਕੇ ਫੈਸਲਾ ਕੀਤਾ ਸੀ, ਸਾਰੇ ਹਿੰਦੁਸਤਾਨ ਨੂੰ ਹੈਰਾਨ ਕਰਤਾ ਵੀ ਇਹਨਾਂ ਨੇ ਕੀ ਫੈਸਲਾ ਕਰਤਾ। ਜਦੋਂ ਉਹਨੇ 4 MP ਆਪ ਦੇ ਜਦਾਂ ਉਦੋਂ ਵੀ ਹੈਰਾਨ ਕਰਤਾ ਸੀ। ਅੱਜ ਵੀ ਸਾਰੀ ਪ੍ਰੋਵੋਕੇਸ਼ਨ ਦੇ ਬਾਵਜੂਦ, ਸਾਰੀ ਪੁਲਿਸ ਦੀ ਐਫਰਟ ਦੇ ਬਾਵਜੂਦ, ਸਾਰਾ ਕੁਝ ਜਿਹੜਾ ਰੌਲਾ ਪਿਆ ਅਖਬਾਰ 'ਚ ਵੀ ਆਇਆ, ਉਹਦੇ ਬਾਵਜੂਦ ਜਿਹੜਾ ਅਜੇ ਵੀ ਪੰਜਾਬ ਵਿੱਚ ਕੋਈ ਮਸਲਾ ਨਹੀਂ ਹੈ। ਮੈਂ ਇਹ ਕਹਿਣਾ ਕਿ ਇਹ ਪੰਜਾਬ ਦੀ ਸ਼ਾਨ ਹੈ। ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਭਾਸਕਰ ਸਾਹਿਬ ਵੀ ਇੱਥੇ ਦਾ ਹਿੰਦੂ ਪੱਕਾ ਹਿੰਦੂ ਤੇ ਹੋ ਸਕਦਾ, ਕੱਟੜ ਹਿੰਦੂ ਨਹੀਂ ਹੋ ਸਕਦਾ। ਇੱਥੇ ਦਾ ਸਿੱਖ ਪੱਕਾ ਦਾ ਸਿੱਖ ਤੇ ਹੋ ਸਕਦਾ, ਕੱਟੜ ਸਿੱਖ ਨਹੀਂ ਹੋ ਸਕਦਾ। ਇੱਥੇ ਦਾ ਮੁਸਲਮਾਨ ਪੱਕਾ ਮੁਸਲਮਾਨ ਤੇ ਹੋ ਸਕਦਾ, ਕੱਟੜ ਮੁਸਲਮਾਨ ਨਹੀਂ ਹੋ ਸਕਦਾ। ਇਹ ਜਿਹੜਾ ਕੱਟੜ ਨਾ ਹੋਣਾ, ਇਹ ਪੰਜਾਬ ਦੀ ਸ਼ਾਨ ਹੈ। ਇਹਨੂੰ ਪੰਜਾਬੀਅਤ ਕਹਿੰਦੇ ਸੀ। ਪੰਜਾਬੀਅਤ ਦਾ ਰੰਗ ਜਿਹੜਾ ਹੈ ਨਾ, ਵੀ ਮਤਲਬ ਦੇਖੋ ਪੰਜਾਬੀਅਤ ਦੇ ਰੰਗ ਦੀ ਮੌਜ ਹੈ। ਮੁਸਲਮਾਨ ਹੋਏ ਬਿਨਾ ਮੁਸਲਮਾਨ ਹੋਇਆ ਜਾ ਸਕਦਾ, ਸਿੱਖ ਹੋਏ ਬਿਨਾ ਸਿੱਖ ਹੋਇਆ ਜਾ ਸਕਦਾ, ਹਿੰਦੂ ਹੋਏ ਬਿਨਾ ਹਿੰਦੂ ਹੋਇਆ ਜਾ ਸਕਦਾ। ਹਾਲਾਂਕਿ ਸ਼ਾਨ ਹਿੰਦੂ ਦੀ ਸੀਗੀ ਵੀ ਹਿੰਦੂ ਹੋਏ ਬਿਨਾ ਹਿੰਦੂ ਹੋਇਆ ਜਾ ਸਕਦਾ। ਹੁਣ ਚਲੋ ਇਹ ਇੱਕ ਸਿਧਾਂਤਕ ਮਾਮਲਾ, ਮੈਂ ਇਹਦੇ ਵੱਲ ਨਹੀਂ ਜਾਂਦਾ। ਮੈਂ ਮੁੜ ਕੇ ਉੱਥੇ ਆਉਣਾ ਜਿੱਥੇ ਤੁਸੀਂ ਆਉਣੇ ਹੋ ਵੀ ਸਿੱਖਾਂ ਦੇ ਮਸਲੇ ਕੀ ਨੇ। ਮੈਂ ਤੁਹਾਡੇ ਨਾਲ ਇਹ ਤੁਸੀਂ ਇੱਕ ਲਫ਼ਜ਼ ਸੁਣਿਆ ਹੋਣਾ ਸਾਰਿਆਂ ਨੇ ਜਾਣਿਆ ਨੇ, ਗੁਰਮਤਾ। ਉਹ ਗੁਰਮਤਾ ਐਂ ਲੱਗਦਾ ਸੀ ਵੀ ਜਿਵੇਂ ਬੜਾ ਕੋਈ ਸੰਸਥਾ ਹੁੰਦੀ ਹੈ, ਅਕਾਲ ਤਖਤ ਵਰਗੀ, ਸ਼੍ਰੋਮਣੀ ਕਮੇਟੀ ਵਰਗੀ। ਗੁਰਮਤਾ ਉਹ ਸੀ ਸਿੱਖਾਂ ਦੀ ਸਾਂਝੀ ਸਮਝ। ਜਿਹੜੀ ਗੱਲ ਤੇ ਸਹਿਮਤੀ ਬਣ ਜਾਂਦੀ ਸੀ, ਉਹ ਸਾਂਝੀ ਸਮਝ ਜਿਹੜੀ ਹੈ ਉਹਨੂੰ ਗੁਰਮਤਾ ਕਹਿੰਦੇ ਸੀ ਜੀ। ਗੁਰਮਤਾ ਜਿਹੜਾ ਉਹ ਮਿਸਿੰਗ ਹੀ ਹੋ ਗਿਆ। ਮਤਲਬ ਅਸੀਂ ਸਰਬੱਤ ਖਾਲਸੇ ਕੀਤੇ ਨੇ ਗੁਰਮਤੇ ਵਾਸਤੇ, ਇੱਕ ਵਾਸਤੇ। ਉਹ ਜਦੋਂ ਅਸੀਂ ਗੁਰਮਤੇ ਵਾਸਤੇ ਸਰਬੱਤ ਖਾਲਸਾ ਕੀਤਾ ਤੇ ਉਹਦੇ ਚੋਂ ਅਸੀਂ ਖਖੜੀ ਹੋ ਕੇ ਬਾਹਰ ਨਿਕਲ ਆਏ। ਸਾਡੇ ਕੋਲ ਗੁਰਮਤਾ ਨਹੀਂ ਹੋ ਪਾ ਰਿਹਾ। ਹੁਣ ਜਿਹੜੀ ਮੋਦੀ ਸਾਹਿਬ ਨਾਲ ਸਿੱਖਾਂ ਦੀ ਗੱਲ ਹੈ, 4 ਮੀਟਿੰਗਾਂ ਹੋ ਚੁੱਕੀਆਂ ਨੇ, ਜਿਹੜੇ ਹਵਾਲਾ ਦਿੰਦੇ ਤੁਸੀਂ ਵਾਰ-ਵਾਰ ਦਿੰਦੇ ਹੋ, ਉਹਦੇ 'ਚ ਸਾਰੀ ਜਿਹੜੀ ਲੈਕ ਕਰਦੀ ਹੈ ਗੱਲ ਵੀ ਜਿਹੜੇ ਉੱਥੇ ਜਾਂਦੇ ਨੇ ਉਹ ਕਿਸੇ ਸਾਂਝੀ ਸਮਝ ਦੇ ਪ੍ਰਤੀਨਿਧ ਨਹੀਂ ਹਨ। ਇੱਕ ਮਾਮਲਾ ਆ ਗਿਆ ਸਾਹਮਣੇ ਕਿ ਮੋਦੀ ਸਾਹਿਬ ਸਿੱਖਾਂ ਨਾਲ ਲੜਨਾ ਨਹੀਂ ਚਾਹੁੰਦੇ ਜੀ। ਉਹ ਸਿੱਖਾਂ ਨੇ ਸੋਚਿਆ ਵੀ ਜੇ ਕਿਤੇ ਸਿੱਖੀ ਨਾਲ ਲੜ ਪੈਣ, ਇਹ ਗਲਤੀ ਸਿੱਖੀ ਨਾ ਕਰ ਲੈਣ, ਆਪਣੇ ਗੱਲ ਪਵਾ ਲੈਣ, ਤੇ ਉਹ ਇਸ ਕਰਕੇ ਉਹਨਾਂ ਨੇ ਐਫਰਟ ਕਰਨੀ ਸ਼ੁਰੂ ਕਰਤੀ ਵੀ ਸਿੱਖ ਤੁਹਾਡੇ ਨਾਲ ਨੇ ਮੋਦੀ ਸਾਹਿਬ, ਜਿੰਨੇ ਕਿ ਤੁਸੀਂ ਸਾਡੇ ਨਾਲ ਆਓ, ਉਦੋਂ ਵੱਧ। ਤੇ ਉਹਦੀਆਂ ਕੋਈ ਇੰਟਰਪ੍ਰੀਟੇਸ਼ਨ ਹੋਣੀ ਸ਼ੁਰੂ ਹੋ ਗਿਆ। ਤੁਸੀਂ ਉਹ ਵਾਈਸ ਪ੍ਰੈਜ਼ੀਡੈਂਟ ਤੱਕ ਲੈ ਗਏ ਵੀ ਕਿਹਨੂੰ ਬਣਾਉਣਾ ਚਾਹੁੰਦੇ ਨੇ ਮੋਦੀ ਸਾਹਿਬ। ਮੋਦੀ ਸਾਹਿਬ ਕੋਲੇ ਇੰਨੀ ਮੈਜੋਰਿਟੀ ਹੈ, ਉਹ ਕਿਸੇ ਨੂੰ ਕੁਝ ਵੀ ਬਣਾ ਸਕਦੇ ਨੇ। ਵੀ ਕੁਝ ਵੀ ਬਣਾ ਸਕਣ ਦੀ ਜਿਹੜੀ ਸ਼ਕਤੀ ਹੈ, ਉਹੀ ਉਹਦੀ ਪੋਲਿਟਿਕਸ ਹੈ। ਮੋਦੀ ਦੀ ਪੋਲਿਟਿਕਸ ਇਹ ਹੈ ਕਿ ਉਹ ਕਿਸੇ ਨੂੰ ਕੁਝ ਵੀ ਬਣਾ ਸਕਦਾ ਹੈ। ਸਿਆਣਾ ਵੀ ਬਣਾ ਸਕਦਾ, ਕਮਲਾ ਵੀ ਬਣਾ ਸਕਦਾ ਹੈ, ਲਾਰਾ ਵੀ ਲਾ ਸਕਦਾ ਹੈ। ਹੁਣ ਮੈਨੂੰ ਇਹ ਨਹੀਂ ਪਤਾ ਵੀ ਜਦੋਂ ਉਹ ਸ਼ਬਦ ਦਾ ਸਾਥ ਕਹਿੰਦਾ ਹੈ ਤੇ ਕਿਸੇ ਦਾ ਸਾਥ ਨਹੀਂ ਲੈ ਰਿਹਾ ਹੁੰਦਾ। ਸਾਰੇ ਸਭ ਦਾ ਵਿਸ਼ਵਾਸ ਕਹਿੰਦਾ, ਵਿਸ਼ਵਾਸ ਨਹੀਂ ਲੈ ਰਿਹਾ ਹੁੰਦਾ। ਮੈਨੂੰ ਤੇ ਇੱਕ ਨਹੀਂ ਸਮਝ ਆਉਂਦੀ ਵੀ ਕਦੇ ਏਡੀ ਵੱਡੀ ਪੋਸਟ ਤੇ ਬੰਦਾ ਜਿਹੜਾ ਹੈ ਉਹ ਇਸ ਤਰ੍ਹਾਂ ਮੌਜ ਨਾਲ ਗੱਲਾਂ ਕਰਦਾ ਰਹਿੰਦਾ ਸੀ ਤੇ ਜਿਹੜੀ ਥੱਲੇ ਸਾਰੀਆਂ ਕੰਟਰਡਿਕਟ ਆਪਣੇ ਆਪ ਹੀ ਹੋਈ ਜਾਂਦੀਆਂ ਸਨ। ਮਤਲਬ ਕਿਸਾਨੀ ਮੂਵਮੈਂਟ 'ਚ ਇਹੀ ਗੱਲ ਸਾਹਮਣੇ ਆਇਆ ਨਾ ਵੀ ਮਤਲਬ ਜਦੋਂ ਮੋਦੀ ਸਾਹਿਬ ਨੇ ਫੈਸਲਾ ਲੈ ਲਿਆ, ਜਿਹੜਾ ਲੈ ਲਿਆ ਤੇ ਅਜੇ ਤੱਕ ਨਹੀਂ ਪਤਾ ਕੀ ਲੈ ਲਿਆ। ਹੁਣ ਮੇਰਾ ਮਤਲਬ ਹੈ ਕਿ ਸਿੱਖ ਇਸ ਥਾਂ ਤੇ ਫਸੇ ਹੋਏ ਨੇ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਡੀ ਜਿਹੜੀ ਤੁਸੀਂ ਮੈਨੂੰ ਪੁੱਛਦੇ ਸੀਗੇ ਉਹਦੇ 'ਚ ਮੈਂ ਕਹਿਣਾ ਕਿ ਇਸ ਵੇਲੇ ਦੀ ਲੋੜ ਜਿਹੜੀ ਹੈ ਨਾ, ਦੇਖੋ ਅਸਲ 'ਚ ਇਹ ਹੈ ਕਿ ਇੱਕ ਤੇ ਮੇਰੀ ਕਮਿਊਨਿਟੀ ਜਿਹੜੀ ਆ ਉਹ ਬੁੱਕ ਕਲਚਰ ਦੀ ਕਮਿਊਨਿਟੀ ਨਹੀਂ ਹੈ। ਸਿਧਾਂਤ ਦੇ ਲੈਵਲ ਤੇ ਕੀ ਕਿੱਥੇ ਚੱਲਦਾ ਹੈ ਤੁਸੀਂ ਪੜ੍ਹਦੇ ਹੋ ਲੋਕ ਸਾਰੇ। ਸਿੱਖ ਐਸ ਕਮਿਊਨਿਟੀ ਕੋਈ ਨਹੀਂ ਪੜ੍ਹਦੇ। ਉਹ ਵਿਸ਼ਵਾਸ ਦੀ ਕਮਿਊਨਿਟੀ ਹੈ, ਉਹ ਜਜ਼ਬਾਤ ਦੀ ਕਮਿਊਨਿਟੀ ਹੈ। ਉਹ ਮਰ ਸਕਦੀ ਹੈ ਪਰ ਜਿਉਣ ਲੱਗਿਆ ਵੀ ਕਈ ਵਾਰ ਮਰਨ ਨਾਲੋਂ ਜ਼ਿਆਦਾ ਜਿਉਣ ਦੀ ਥਾਂ ਮਰਨਾ ਸ਼ੁਰੂ ਕਰ ਦਿੰਦੀ ਹੈ, ਮਰਨ ਦੀ ਥਾਂ ਜਿਉਣਾ ਸ਼ੁਰੂ ਕਰ ਦਿੰਦੀ ਹੈ। ਇਹ ਜਜ਼ਬਾਤੀ ਬੰਦੇ ਦੀ ਨਿਸ਼ਾਨੀ ਹੁੰਦੀ ਹੈ। ਮੈਂ ਇਹ ਸਮਝਦਾ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਸਿੱਖੀ ਨੂੰ ਸਮਕਾਲੀ ਪ੍ਰਸੰਗ ਵਿੱਚ ਸਮਝਾਉਣ ਦੀ ਜ਼ਿੰਮੇਵਾਰੀ ਮੇਰੀ ਸੀ। ਮੈਂ ਐਕਡਮਿਸ਼ਨ ਹਾਂ ਤੇ ਇਹ ਜ਼ਿੰਮੇਵਾਰੀ ਮੇਰੀ ਸੀ, ਮੇਰੇ ਵਰਗੇ ਹੋਰਾਂ ਦੀ ਸੀ। ਅਸੀਂ ਸਾਰੇ ਪਹਿਲਾਂ ਫੇਲ ਹੋਏ ਹਾਂ। ਅਸੀਂ ਇਸ ਪ੍ਰਸੰਗ ਵਿੱਚ ਜਿਹੜਾ ਖੁੱਲਾ ਪ੍ਰਸੰਗ ਹੈ, ਇਸ ਪ੍ਰਸੰਗ ਵਿੱਚ ਮਤਲਬ ਅਸੀਂ ਗੁਰੂ ਨਾਲ ਤੁਰਨਾ ਕਿਵੇਂ ਹੈ ਸਾਨੂੰ ਨਹੀਂ ਯਾਦ ਆਈ। ਮਤਲਬ ਇਹ ਗੱਲ ਸਿਧਾਂਤਕ ਪਾਸੇ ਚਲੀ ਜਾਏਗੀ ਕਿਉਂਕਿ ਤੁਸੀਂ ਮਬਲੀ ਕਰ ਰਹੇ ਸੀ ਮੋਦੀ ਸਾਹਿਬ ਤੇ। ਮੋਦੀ ਸਾਹਿਬ ਦੀ ਮੈਂ ਦਾਦ ਦੇਣਾ ਇਸ ਗੱਲ ਦੀ ਕਿ ਐਡੀ ਪੋਜੀਸ਼ਨ ਤੇ ਜਦੋਂ ਬੰਦਾ ਦੇਖੋ, ਜਦੋਂ ਮਨਮੋਹਨ ਸਿੰਘ ਨੇ ਪ੍ਰਾਈਮ ਮਿਨਿਸਟਰ ਬਣੇ ਨੇ ਤੇ ਅਸੀਂ ਉੱਥੇ ਜਾ ਕੇ ਇਹ ਮਹਿਸੂਸ ਕੀਤਾ ਸੀ ਕਿ ਹੁਣ ਸਾਨੂੰ ਦੁਨੀਆ ਭਰ ਵਿੱਚ ਇਹ ਨਹੀਂ ਦੱਸਣਾ ਪਏਗਾ
ਕਿ ਹਰ ਪੱਗ ਵਾਲਾ ਜਿਹੜਾ ਮੁਸਲਮਾਨ ਹੀ ਨਹੀਂ ਹੁੰਦਾ, ਨਹੀਂ ਤੇ ਹਰ ਪੱਗ ਵਾਲੇ ਨੂੰ ਮੁਸਲਮਾਨ ਸਮਝਦੇ। ਮੈਂ ਆਪ ਅਮਰੀਕਾ ਵਿੱਚ ਜਦੋਂ ਮੇਰੇ ਨਾਲ ਅਮਰੀਕਨ ਸਿੱਖ ਕੁੜੀ ਮਤਲਬ ਜਾ ਰਹੀ ਸੀ, ਲੈ ਕੇ ਮੈਨੂੰ ਡਰਾਈਵ ਕਰਕੇ ਲੈ ਕੇ ਜਾ ਰਹੀ ਸੀ, ਤੇ ਇੱਕ ਬੰਦਾ ਆਣ ਕੇ ਮਤਲਬ ਪੁੱਛਦਾ ਹੈ ਕਿ ਆਰ ਯੂ ਬਿਨ ਲੇਦਨ। ਮੈਂ ਹੱਕਾ ਬੱਕਾ ਹੋ ਗਿਆ, ਮੈਂ ਚੁੱਪ ਕਰ ਗਿਆ। ਉਸ ਕੁੜੀ ਨੇ ਉਹਦੀ ਉਹ ਰੇਲ ਬਣਾਈ ਕਿ ਤੈਨੂੰ ਇੱਕ ਮਤਲਬ ਸਵਾਲ ਕਰਨ ਦੀ ਜ਼ਰੂਰਤ ਕਿ ਬਈ ਤੂੰ ਕੋਈ ਅਕਲ ਹੈ, ਤੈਨੂੰ ਕੋਈ ਪਾਗਲਖਾਨਾ ਆਇਆ ਕਿ ਕਿਧਰ ਜਾਣਾ ਤੂੰ ਪਾਗਲਖਾਨੇ। ਯਾਨੀ ਉਹਦਾ ਬੁਰਾ ਹਾਲ ਕਰਤਾ ਉਹਨੇ। ਮੇਰਾ ਮਤਲਬ ਇਹ ਹੈ ਕਿ ਉਸ ਥਾਂ ਤੇ ਵੀ ਇਸ ਵੇਲੇ ਵੀ ਪੱਗ ਦੀ ਉਹ ਜਦੋਂ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਇਹ ਗੱਲ ਕਹਿ ਰਿਹਾ ਕਿ ਸਿੱਖਾਂ ਨੇ ਦੀ ਵਰਲਡ ਓਵਰ ਕੰਟਰੀਬਿਊਸ਼ਨ ਵਿੱਚ ਬੜੀ ਹਿੱਸੇਦਾਰੀ ਹੈ। ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਹੁਣ ਆਲਮੀ ਸਿਟੀਜ਼ਨ ਹੋ ਗਏ ਹਾਂ, ਸਾਰੇ ਹੀ ਹੋ ਗਏ ਨੇ ਆਲਮੀ ਸਿਟੀਜ਼ਨ। ਮਤਲਬ ਜਿਹੜਾ ਸਿੱਖ ਨਹੀਂ ਉਹ ਕਿਹੜਾ ਨਹੀਂ ਹੋਇਆ। ਹੁਣ ਅਸੀਂ ਇਸ ਵੇਲੇ ਜਿਹੜੀ ਮਤਲਬ ਹੈਗੀ ਨਾ ਮਤਲਬ ਜੀਓ ਜਿਹੜੀ ਹੈਗੀ ਆ ਬੰਧਨ, ਉਹ ਟੁੱਟ ਗਏ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਉਹ ਜਦੋਂ ਜੀਓ ਬੰਧਨ ਟੁੱਟਦੇ ਨੇ, ਅਸੀਂ ਗਲੋਬਲਾਈਜੇਸ਼ਨ ਜਿਹੜੀ ਹੈ ਵਿਸ਼ਵੀਕਰਨ ਵਿੱਚ ਪਿੰਡ ਖਤਮ ਹੋ ਗਿਆ ਤੇ ਦੁਨੀਆ ਪਿੰਡ ਬਣ ਗਈ। ਦੁਨੀਆ ਨੂੰ ਪਿੰਡ ਬਣਾਉਣ ਵਾਸਤੇ ਅਸੀਂ ਪਿੰਡ ਉਜਾੜਦੇ। ਹੁਣ ਇਹ ਸਿੱਖਾਂ ਨੂੰ ਮੋਦੀ ਕੋਲ ਵਸਾਉਣ ਵਾਸਤੇ ਸਿੱਖਾਂ ਨੂੰ ਉਜਾੜ ਹੀ ਨਾ ਦਿਓ ਕਿਤੇ। ਇਹ ਬੜਾ ਵੱਡਾ ਵਿਅੰਗ ਹੈ ਤੁਹਾਡਾ। ਮੈਂ ਇਹ ਸਮਝਦਾ ਹਾਂ ਕਿ ਮੈਨੂੰ ਅੱਜ ਪੁੱਛਦਾ ਇੱਕ ਮੁੰਡਾ, ਮਤਲਬ ਉੱਥੇ ਯੰਗ ਪ੍ਰੋਫੈਸਰ ਹੈ, तो ਪ੍ਰੋਫੈਸਰ ਤੁਸੀਂ ਨਹੀਂ ਗਏ ਮੋਦੀ ਕੋਲ? ਮੈਂ ਕਿਹਾ ਯਾਰ ਮੈਨੂੰ ਕਿਸੇ ਨੇ ਸੱਦਿਆ ਹੀ ਨਹੀਂ। ਉਹ ਕਹਿੰਦਾ ਇਹ ਕਿਵੇਂ ਹੋ ਸਕਦਾ? ਔਰ ਐਕਚੁਅਲ ਗੱਲ ਇਹੀ ਹੈ ਕਿਉਂਕਿ ਮੈਨੂੰ ਜਿਹੜੇ ਜਾਣਦੇ ਨੇ ਉੱਥੇ ਲੈ ਕੇ ਜਾਣ ਵਾਲੇ ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈ। ਚਲੋ ਨਹੀਂ ਇਹ ਠੀਕ ਹੈ। ਮੈਂ ਇਹ ਸਮਝਦਾ ਕਿ ਮੇਰੀ ਕ੍ਰੈਡੀਬਿਲਿਟੀ ਮੋਦੀ ਕੋਲ ਜਾਣ ਨਾਲ ਨਹੀਂ ਬਣਨੀ, ਮੇਰੀ ਕ੍ਰੈਡੀਬਿਲਿਟੀ ਤੇ ਜੋ ਹੈ ਬਣ ਚੁੱਕੀ ਹੋਈ ਹੈ। ਨਹੀਂ, ਪਰ ਮੈਂ ਪ੍ਰੋਫੈਸਰ ਸਾਹਿਬ ਇਹ ਸਵਾਲ ਵੀ ਖੜਾ ਕਰਨਾ ਚਾਹੁੰਦਾ ਹੈ, ਜੇ ਤੁਹਾਡੇ ਸਵਾਲ ਨੂੰ ਥੋੜਾ ਹੋਰ ਤਰਤੀਬ ਚ ਲਿਆ ਕੇ, ਕਿ ਜਿਹੜੇ ਉੱਥੇ ਜਾ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਉਹ ਲੋਕ ਜਾ ਰਹੇ ਆ ਜਿਹੜੇ ਸਿਰਫ ਸੁਣ ਰਹੇ ਆ? ਤੁਹਾਡੇ ਵਰਗੇ ਲੋਕ ਜਿਹੜੇ ਸਵਾਲ ਕਰਨਗੇ ਉਹਨਾਂ ਨੂੰ ਚੁਣਿਆ ਨਹੀਂ ਜਾ ਰਿਹਾ ਇਸ ਕੰਮ ਲਈ, ਤੁਹਾਨੂੰ ਲੱਗਦਾ ਇੰਜ? ਨਹੀਂ, ਇਹ ਵੀ ਨਹੀਂ ਗੱਲ ਰੰਧਾਵਾ ਸਾਹਿਬ, ਮੈਂ ਇਹ ਵੀ ਨਹੀਂ ਮੰਨਦਾ। ਮੈਂ ਕਹਿੰਦਾ ਜਿਹੜੇ ਬੰਦੇ ਉੱਥੇ ਜਾ ਰਹੇ ਨੇ ਨਾ, ਉਹ ਬੰਦੇ ਆਪਣੇ ਤੌਰ ਤੇ ਇੱਕ ਲਿਬਰਲ ਜਿਹੜਾ ਹੈ ਐਟੀਟਿਊਡ, ਦੇਖੋ ਇੱਕ ਸਿੱਖਾਂ ਵਿੱਚ ਇੱਕ ਲਿਬਰਲਿਜ਼ਮ ਜਿਹੜਾ ਖੁੱਲ੍ਹਪੁਣਾ ਜਿਹੜਾ ਉਹ ਪ੍ਰਵੇਸ਼ ਕਰ ਰਿਹਾ ਹੈ। ਅਸੀਂ ਬਹੁਤ ਵਾਰੀ ਨਾ ਮਤਲਬ ਸਾਨੂੰ ਕੱਟੜਤਾ ਦੀ ਆਗਿਆ ਹੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਮੈਂ ਹਵਾਲਾ ਇਸ ਕਰਕੇ ਦੇਣਾ, ਗੁਰੂ ਨਾਨਕ ਦੇਵ ਜੀ ਨੇ ਜਦੋਂ ਸ਼ੁਰੂ ਕੀਤਾ ਸੀ ਤੇ ਉਹ ਸ਼ੁਰੂਆਤ ਇਹ ਹੈ ਕਿ ਸਿੱਖ ਹੋਏ ਬਿਨਾਂ ਵੀ ਸਿੱਖ ਹੋਇਆ ਜਾ ਸਕਦਾ, ਤੇ ਇਹ ਗੱਲ ਮਰਦਾਨੇ ਨਾਲ ਸ਼ੁਰੂ ਹੋ ਗਈ। ਹੁਣ ਇਹ ਗੱਲ ਜਿਹੜੇ ਅੱਜ ਕਹਿੰਦੇ ਆ ਤੇ ਸਿੱਖ ਇਹਨੂੰ ਹਜਮ ਨਹੀਂ ਕਰਨਗੇ, ਪਰ ਜਿਹੜੇ ਸਿੱਖ ਗੱਲ ਕਹਿਣਾ ਚਾਹੁੰਦੇ ਨੇ ਮੋਦੀ ਕੋਲ ਜਾ ਰਹੇ ਨੇ। ਇਹਦਾ ਮਤਲਬ ਸਿੱਖਾਂ ਵਿੱਚ ਇੱਕ ਲਿਬਰਲ ਐਲੀਮੈਂਟ ਹੈਗਾ, ਜਿਹੜਾ ਇਹ ਸਮਝਦਾ ਇਹ ਹੈ ਕਿ ਸਮੇਂ ਦੀ ਤਾਕਤ ਜਿਹੜੀ ਹੈ, ਉਹ ਸਮੇਂ ਦੀ ਤਾਕਤ ਜਿਹੜੀ ਹੈ ਉਹਦੇ ਨਾਲ ਸ਼ਰੀਕਾ ਕਰਕੇ ਉਹਨੂੰ ਇਨਵਾਈਟ ਕੁੱਟ ਖਾਣ ਵਾਸਤੇ ਇਨਵਾਈਟ ਕਰਨਾ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਜੇ ਤੁਹਾਨੂੰ ਕੁਝ ਗਵਾਏ ਤੋਂ ਬਿਨਾਂ ਤੁਸੀਂ ਉਹਦੇ ਨਾਲ ਚੱਲ ਸਕਦੇ ਹੋ ਤੇ ਚੱਲਣਾ ਚਾਹੀਦਾ। ਤੁਸੀਂ ਬਹੁਤ ਸੋਹਣੀ ਗੱਲ ਕਰਤੀ ਹੈ। ਮੈਂ ਤੁਹਾਡੇ ਸਵਾਲ ਨੂੰ ਹੀ ਅੱਗੇ ਵਧਾਇਆ ਸੀ, ਪਰ ਹੁਣ ਆਪਾਂ ਲੈਨੇ ਭਾਸਕਰ ਸਾਹਿਬ ਨੂੰ ਨਾਲ ਇਸ ਮੁੱਦੇ ਤੇ। ਭਾਸਕਰ ਸਾਹਿਬ, ਇਹਨੂੰ ਜੇ ਮੈਂ ਇੰਜ ਸਮਝਾਂ ਤੁਹਾਡੇ ਕੋਲੋਂ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਸਮਝਦੇ ਨੇ ਕਿ ਜਿਹੜੀ ਇੱਕ ਬਹੁਤ ਘੱਟ ਗਿਣਤੀ ਕੌਮ ਹੈ, ਸਿੱਖ ਕੌਮ ਹੈ, ਇਹਨੂੰ ਨਾਲ ਰੱਖ ਕੇ ਵਿਸ਼ਵ ਪੱਧਰ ਤੇ ਇੱਕ ਸੁਨੇਹਾ ਦਿੱਤਾ ਜਾ ਸਕਦਾ ਹੈ ਕਿ ਅਸੀਂ ਆਪਣੀਆਂ ਘੱਟ ਗਿਣਤੀਆਂ ਨੂੰ ਕਿਵੇਂ ਦਿਲ ਨਾਲ ਲਾ ਕੇ ਰੱਖਦੇ ਆ। ਸਾਡਾ ਉਹਨਾਂ ਪ੍ਰਤੀ ਰਵੱਈਆ ਬਹੁਤ ਸ਼ਾਨਦਾਰ ਹੈ, ਤੁਸੀਂ ਐਵੇਂ ਸ਼ੱਕ ਨਾ ਕਰੋ। ਇਹਦੇ ਨਾਲ ਇਹ ਬਹੁਤ ਸੋਹਣਾ ਮੈਸੇਜ ਜਾਂਦਾ ਹੈ। ਪਰ ਕੀ ਇਸ ਮੈਸੇਜ ਤੋਂ ਅੱਗੇ ਇਹਨਾਂ ਮੀਟਿੰਗਸ ਦਾ, ਕਿਉਂਕਿ ਜਿਹੜੇ ਲੋਕ ਮਿਲ ਰਹੇ ਆ ਉਹ ਲੋਕ ਪ੍ਰਭਾਵਸ਼ਾਲੀ ਤਾਂ ਹੋ ਸਕਦੇ ਆ, ਪਰ ਉਹ ਪੰਜਾਬ ਜਾਂ ਕਮਿਊਨਿਟੀ ਦੇ ਲੀਡਰ ਨਹੀਂਗੇ। ਤੁਹਾਨੂੰ ਲੱਗਦਾ ਹੈ ਕਿ ਉੱਥੋਂ ਕੁਝ ਸਿਆਸੀ ਐਲਾਨ ਹੋ ਸਕਦੇ ਆ? ਇਹ ਲੋਕ ਸਮਰੱਥਾਵਾਨ ਨੇ ਜਿਹੜੇ ਮਿਲ ਰਹੇ ਨੇ ਵੀ ਇਹ ਸਿਆਸੀ ਐਲਾਨ ਕਰਵਾ ਸਕਣ, ਜਾਂ ਬੀਜੇਪੀ ਜੇ ਕੁਝ ਐਲਾਨ ਕਰਦੀ ਹੈ ਤਾਂ ਉਹਦਾ ਕ੍ਰੈਡਿਟ ਉਹਨੂੰ ਮਿਲ ਸਕੇ? ਪੰਜਾਬ 'ਚ ਇਹ ਹਾਲਾਤ ਹੈਗੇ ਆ ਉਹਨਾਂ ਨੂੰ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਉਹਨਾਂ ਲਈ ਕੋਈ ਜਿੱਤ ਵਰਗੀ ਗੱਲ ਆ ਵੀ ਅਸੀਂ ਇੱਥੋਂ ਜਿੱਤਣਾ ਜਾਂ ਕੁਝ ਕਰਨਾ ਹੈ। ਇਸ ਕੁਝ ਸੰਕੇਤਕ ਗੱਲਾਂ ਨੇ। ਤੁਸੀਂ ਇਹਨੂੰ ਕਿਵੇਂ ਸਮਝਿਆ ਇਹ ਦੂਜੇ ਪਾਸੇ ਬਹਿ ਕੇ? ਕਿਉਂਕਿ ਗੱਲਾਂ ਸਿੱਖਾਂ ਦੀਆਂ ਹੋ ਰਹੀਆਂ ਨੇ, ਗੱਲ ਪੰਜਾਬ ਦੀ ਨਹੀਂ ਹੋਈ। ਇੱਥੇ ਮੈਂ ਅਜੇ ਤੱਕ ਇਹ ਨਹੀਂ ਦੇਖੀ ਕਿ ਜਦੋਂ ਕਹਿੰਦੇ ਆ ਮੋਦੀ ਸਾਹਿਬ ਸਿੱਖਾਂ ਨੂੰ ਮਿਲ ਰਹੇ ਆ, ਉਹ ਫਲਾਣੇ ਸਿੱਖ ਆ ਚੌਥਾ ਡੈਲੀਗੇਸ਼ਨ ਚਲੇ ਗਿਆ, ਹੁਣ ਵਿਦੇਸ਼ੀ ਮਿਲ ਰਹੇ ਆ, ਹੁਣ
ਹੁਣ ਵਾਈਸ ਚਾਂਸਲਰ ਮਿਲ ਰਹੇ ਨੇ, ਹੁਣ ਵਿਦਵਾਨ ਮਿਲ ਰਹੇ ਨੇ। ਹਾਂਜੀ, ਸੋ ਇਹ ਮੈਨੂੰ ਭਾਸਕਰ ਸਾਹਿਬ ਸਮਝਾਇਓ ਜ਼ਰਾ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਸਾਹਿਬ ਚਾਹੁੰਦੇ ਨੇ, ਕਿਉਂਕਿ ਅਗਰ ਗੱਲ ਮਾਈਨੋਰਿਟੀ ਕਮਿਊਨਿਟੀ ਦੀ ਕਰੀਏ ਤੇ ਮੁਸਲਿਮ ਦੇ ਨਾਲ ਭਾਜਪਾ ਦਾ ਜਾਂ ਮੋਦੀ ਸਾਹਿਬ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਹੈਗਾ ਸਾਰੇ ਜਾਣਦੇ। ਕ੍ਰਿਸਚਨ ਕਮਿਊਨਿਟੀ ਦੇ ਨਾਲ ਵੀ ਕੋਈ ਬਹੁਤੀ ਸਾਂਝ ਨਹੀਂ ਹੈਗੀ। ਹੁਣ ਇੱਕ ਸਿੱਖ ਕਮਿਊਨਿਟੀ ਹੈਗੀ ਹੈ, ਕਿਉਂਕਿ ਅਕਾਲੀ ਦਲ ਔਰ ਭਾਜਪਾ ਦਾ ਅਗਰ ਅਲਾਈਅੰਸ ਪੰਜਾਬ ਦੇ ਵਿੱਚ ਚੱਲਦਾ ਸੀਗਾ, ਉਹ ਵੀ ਵੱਡੇ ਬਾਦਲ ਸਾਹਿਬ ਦੇ ਟਾਈਮ, ਉਹਦੀ ਮੇਨ ਵਜ੍ਹਾ ਹੀ ਇਹ ਸੀਗੀ ਕਿ ਹਿੰਦੂ ਸਿੱਖ ਦੀ ਸਾਂਝ ਬਰਕਰਾਰ ਰੱਖਣ ਵਾਸਤੇ ਈਵਨ ਬਾਦਲ ਸਾਹਿਬ ਨੇ ਵੀ ਇਹਨੂੰ ਪੰਜਾਬੀ ਪਾਰਟੀ ਘੋਸ਼ਿਤ ਕੀਤਾ ਸੀਗਾ। ਹਾਲਾਂਕਿ ਅਕਾਲੀ ਦਲ ਜਦ ਬਣਿਆ ਸੀਗਾ, ਇਹ ਅਕਾਲੀ ਦਲ ਸੀਗਾ, ਪਰ ਬਾਦਲ ਸਾਹਿਬ ਨੇ ਇਹਨੂੰ ਪੰਜਾਬੀ ਪਾਰਟੀ ਦੇ ਰੂਪ ਵਿੱਚ ਘੋਸ਼ਿਤ ਕੀਤਾ ਸੀ। ਔਰ 9 ਮਾਹ ਦਾ ਰਿਸ਼ਤਾ ਹਮੇਸ਼ਾ ਕਿਹਾ ਹੈ ਕਿ ਭਾਜਪਾ ਦੇ ਨਾਲ ਸਾਡਾ 9 ਮਾਹ ਦਾ ਰਿਸ਼ਤਾ ਹੈ। ਹੁਣ ਜਦ ਤੋਂ ਉਹ ਸਾਂਝ ਟੁੱਟੀ ਹੈ ਪੋਲੀਟੀਕਲ ਅਲਾਈਅੰਸ ਦੇ ਰੂਪ ਵਿੱਚ, ਭਾਜਪਾ ਦੇ ਪੈਰ ਪੰਜਾਬ ਦੇ ਵਿੱਚ ਨਹੀਂ ਲੱਗੇ, ਅਕਾਲੀ ਦਲ ਉਖੜ ਗਿਆ। ਇਹਦੇ ਸਿੱਧੇ ਸਿੱਧੇ ਮਤਲਬ ਹੈ ਕਿ ਅਗਰ ਤੇ ਇਹ ਸਾਂਝ ਰਾਜਨੀਤਿਕ ਤੌਰ ਤੇ ਅੱਗੇ ਲੈ ਕੇ ਜਾਂਦੇ ਨੇ ਤੇ ਦੋਨਾਂ ਪਾਰਟੀਆਂ ਨੂੰ ਫਾਇਦਾ ਹੈਗਾ। ਜੇ ਵੱਖ-ਵੱਖ ਤਰੀਕੇ ਨਾਲ ਤੁਰਦੇ ਨੇ ਤੇ ਤੁਸੀਂ ਇਹ ਗੱਲ ਤੁਹਾਨੂੰ ਵੀ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਪੰਜਾਬੀ ਬਹੁਤਾ ਪਸੰਦ ਨਹੀਂ ਕਰਦੇ। ਗੱਲ ਹਿੰਦੂ ਸਿੱਖ ਦੀ ਆਉਂਦੀ ਹੈ ਤੇ ਹਿੰਦੂ ਵੀ ਬਹੁਤਾ ਉਸ ਤਰਫ ਨਹੀਂ ਝੁਕਦੇ, ਕਿਉਂਕਿ ਜਦ ਤੁਸੀਂ ਡਿਵੀਜ਼ਨ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਵੀ ਹਿੰਦੂ ਭਾਜਪਾ ਨਾਲ ਤੇ ਸਿੱਖ ਅਕਾਲੀ ਦੇ ਨਾਲ, ਇਹ ਗੱਲ ਵੀ ਅਨਸਕਸੈਸਫੁਲ ਸਾਬਿਤ ਹੋਈ ਹੈ ਪੰਜਾਬ ਦੇ ਵਿੱਚ। ਅੱਗੇ ਚੱਲ ਕੇ ਵੀ ਇਹ ਚੀਜ਼ ਨਹੀਂ ਹੋਣੀ, ਇਸ ਗੱਲ ਦੀ ਵੀ ਕੰਸੋ ਹੈ। ਹੁਣ ਮੋਦੀ ਸਾਹਿਬ ਦੀ ਇਲੈਕਸ਼ਨ ਤੋਂ ਪਹਿਲੇ ਅਗਰ ਸਿੱਖ ਫੋਰਮ ਦੇ ਨਾਲ ਮੀਟਿੰਗ ਦੀ ਗੱਲ ਕਰੀਏ ਤੇ ਆਪਾਂ ਇਹ ਕਹਿੰਦੇ ਸੀਗੇ ਕਿ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਾਂ ਸਿੱਖਾਂ ਦੇ ਨਾਲ ਹੈਗੇ ਆ, ਪਰ ਇਲੈਕਸ਼ਨ ਲੜੇ, ਹਾਰ ਗਏ। ਹਾਰਨ ਤੋਂ ਬਾਅਦ ਵੀ ਕੋਈ ਕਹਾਣੀ ਨਹੀਂ ਬਣੀ। ਹੁਣ ਆ ਰਿਹਾ 2024, ਮੋਦੀ ਸਾਹਿਬ ਨੂੰ ਵੀ ਇਸ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਅਹਿਸਾਸ ਹੈ ਕਿ ਇੱਕੋ ਹੀ ਮਾਈਨੋਰਿਟੀ ਕਮਿਊਨਿਟੀ ਹੈ ਜਿਹਦੇ ਨਾਲ ਭਾਜਪਾ ਆਪਣੀ ਸਾਂਝ ਸਿਰਫ ਦਿਖਾ ਹੀ ਨਹੀਂ ਸਕਦੀ, ਉਸ ਸਾਂਝ ਨੂੰ ਅੱਗੇ ਰਾਜਨੀਤਿਕ ਤੌਰ ਤੇ ਵੇਚ ਵੀ ਸਕਦੀ ਹੈ, ਭਾਵੇਂ ਕੌਮਾਂਤਰੀ ਪੱਧਰ ਹੋਏ, ਭਾਵੇਂ ਨੈਸ਼ਨਲ ਲੈਵਲ ਦੀ ਗੱਲ ਹੋਏ। ਉਸ ਗੱਲ ਦੀ ਤਿਆਰੀ ਚੱਲ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੋਦੀ ਸਾਹਿਬ ਪੰਜਾਬ ਨੂੰ ਕੁਝ ਦੇਣਾ ਚਾਹੁੰਦੇ ਨੇ, ਪੰਜਾਬ ਨੂੰ ਕੀ ਸਿੱਖਾਂ ਨੂੰ ਕੁਝ ਦੇਣਾ ਚਾਹੁੰਦੇ ਨੇ। ਉਹਨਾਂ ਨੂੰ ਹਜੇ ਤੱਕ ਉਹ ਮੰਗ ਹੀ ਨਹੀਂ ਲੱਗੀ ਕਿ ਜਿਸ ਮੰਗ ਨੂੰ ਪੂਰੀ ਕਰਕੇ ਆਪਾਂ ਸਾਰੇ ਸਿੱਖ ਕਮਿਊਨਿਟੀ ਨੂੰ, ਖਾਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਸਿੱਖ ਕਮਿਊਨਿਟੀ ਨੂੰ ਆਪਾਂ ਖੁਸ਼ ਕਰ ਸਕੀਏ। ਦਿਲ ਜਿੱਤ ਲਈਏ। ਹਾਂ, ਗੱਲ ਢੀਂਡਸਾ ਸਾਹਿਬ ਤੋਂ ਪੁੱਛੀ ਜਾਂਦੀ ਹੈ ਵੀ ਦੱਸੋ ਕੀ ਦਈਏ, ਕੋਈ ਚੰਡੀਗੜ੍ਹ ਦੀ ਮੰਗ ਕਰਦਾ ਤੇ ਕੋਈ ਕੁਝ ਕਰ ਦਿੰਦਾ। ਉਹਨਾਂ ਸਾਰੀ ਗੱਲਾਂ ਦੇ ਵਿੱਚ ਇੱਕ ਵੀ ਮੰਗ, ਹੁਣ ਦੇਖੋ ਦੇਣ ਵਾਲਾ ਦੇਣ ਨੂੰ ਤਿਆਰ ਹੈ, ਮੰਗਣ ਵਾਲੇ ਨੂੰ ਪਤਾ ਨਹੀਂ ਲੱਗ ਰਿਹਾ ਮੰਗਣਾ ਕੀ ਹੈ। ਕਿਉਂਕਿ ਜੇ ਗੱਲ ਹੁਣ ਐਸਜੀਪੀਸੀ ਤੋਂ ਅੱਜ ਵੀ ਇੱਕ ਆਵਾਜ਼ ਆਈ ਹੈ ਵੀ ਉਹ ਕਾਲੀ ਸੂਚੀ ਦਾ ਕੁਝ ਕਰੋ, ਸਿੱਖ ਬੰਦੀਆਂ ਨੂੰ ਛੱਡੋ। ਇਹ ਗੱਲ ਨੋਟ ਕਰ ਲਈ ਗਈ ਹੈ ਕਿ ਇਸ ਮੰਗ ਨੂੰ ਮੰਗਣ ਤੋਂ ਬਾਅਦ ਕਿ ਮਾਈਨੋਰਿਟੀ ਕਮਿਊਨਿਟੀ ਪੂਰੇ ਤਰੀਕੇ ਨਾਲ ਖੁਸ਼ ਹੋ ਜਾਏਗੀ, ਭਾਜਪਾ ਦੇ ਨਾਲ ਤੁਰਨਾ ਸ਼ੁਰੂ ਕਰ ਦੇਗੀ। ਇਹ ਗੱਲ ਨਹੀਂ ਨਜ਼ਰ ਆਉਂਦੀ, ਪਰ ਹਾਂ ਕੁਝ ਦੇਣਾ ਚਾਹੁੰਦੇ ਨੇ ਤਾਂ ਹੀ ਬਾਰ-ਬਾਰ ਮਿਲ ਰਹੇ ਨੇ। ਉਹਨਾਂ ਨੂੰ ਕੋਈ ਮੰਗਣ ਵਾਲਾ ਹੀ ਨਹੀਂ ਮਿਲ ਰਿਹਾ ਕਿ ਵੀ ਕੋਈ ਚੱਜ ਦੀ ਚੀਜ਼ ਮੰਗੋ ਤੁਸੀਂ ਜਿਹਦੇ ਨਾਲ ਪੂਰੀ ਕਮਿਊਨਿਟੀ ਖੁਸ਼ ਹੋ ਜਾਏ। ਹੁਣ ਦੇਖੋ ਉਹ ਮੰਗਦਾ ਕੌਣ ਹੈ। ਇਹਨੂੰ ਗੱਲ ਨੂੰ ਅੱਗੇ ਵਧਾ ਦਿਓ ਸਰਦਾਰ ਬਲਕਾਰ ਸਿੰਘ। ਅਸਲ ਦੇ ਵਿੱਚ ਦੇਣਾ ਉਹ ਕੀ ਚਾਹੁੰਦੇ ਆ ਜਾਂ ਸਾਨੂੰ ਲੈਣਾ ਕੀ ਚਾਹੀਦਾ, ਉਹ ਫਿਰ ਗੱਲ ਉੱਥੇ ਹੀ ਖੜੀ ਆ ਕਿ ਮਸਲੇ ਹੈ ਕੀ ਹੈ। ਮਸਲੇ ਦੇਖੋ ਪੰਜਾਬ ਨਾਲ ਜੁੜੇ ਮਸਲੇ ਤਾਂ ਬਹੁਤ ਸਾਫ਼ ਨੇ ਵੀ ਸਾਨੂੰ ਚੰਡੀਗੜ੍ਹ ਤੋਂ ਲੈ ਕੇ ਸਾਡੀ ਇੰਡਸਟਰੀ ਤੋਂ ਲੈ ਕੇ ਜਿੰਨੇ ਵੀ ਜਿੱਥੇ ਜ਼ਿਆਦਤੀਆਂ ਹੋਈਆਂ ਉਹਨਾਂ ਦੇ, ਔਰ ਖਾਸ ਤੌਰ ਤੇ ਆਰਥਿਕ ਪੈਕੇਜ, ਇਹ ਸਾਰੀਆਂ ਗੱਲਾਂ ਬੜੀਆਂ ਛੋਟੀਆਂ ਤੇ ਗੌਣ ਹੋ ਜਾਂਦੀਆਂ ਨੇ। ਜਦੋਂ ਵੱਡੇ ਬੰਦੇ ਮਿਲਦੇ ਉਹ ਕਹਿੰਦੇ ਇਹ ਕਿਹੜੀਆਂ ਗੱਲਾਂ ਜੀ, ਕਰਜ਼ੇ ਤਾਂ ਚੜੇ ਰਹਿੰਦੇ ਆ, ਚੰਡੀਗੜ੍ਹ ਦਾ ਕੀ ਲੈ ਕੇ ਕਰਨਾ ਜੀ, ਉੱਥੇ ਬਹੁਤੇ ਪੰਜਾਬੀ ਹੁਣ ਵੱਸਦੇ ਹੀ ਨਹੀਂ, ਤੇ ਬਾਕੀ ਗੱਲਾਂ ਵੀ ਏਦਾਂ ਹੀ ਚੱਲ ਜਾਂਦੀਆਂ। ਤੁਸੀਂ ਦੱਸੋ, ਭਾਸਕਰ ਸਾਹਿਬ ਨੇ ਕਿਹਾ ਵੀ ਸਿੱਖਾਂ ਨੂੰ ਕੋਈ ਦੇਣਾ ਚਾਹੁੰਦੇ ਆ, ਸਿੱਖਾਂ ਨੂੰ ਦੇਣਾ ਕੀ ਚਾਹੁੰਦੇ ਆ ਤਾਂ ਲੈਣਾ ਕੀ ਚਾਹੀਦਾ? ਭਾਸਕਰ ਸਾਹਿਬ ਨੇ ਬੜੀ ਖੂਬਸੂਰਤ ਗੱਲ ਕੀਤੀ। ਸਿੱਖਾਂ ਨਹੀਂ ਪਤਾ ਵੀ ਉਹ ਕੀ ਲੈਣਾ ਚਾਹੁੰਦੇ ਨੇ। ਮੈਂ ਇਹਦੇ ਨਾਲ ਇਹ ਜੋੜ ਦੇਣਾ ਕਿ ਦੇਣ ਵਾਲਿਆਂ ਨੂੰ ਨਹੀਂ ਪਤਾ ਕਿ ਉਹ ਕੀ ਦੇਣਾ ਚਾਹੁੰਦੇ ਨੇ। ਝਗੜਾ ਦੋਨੇ ਪਾਸੇ ਇੱਕੋ ਜਿਹਾ। ਅਸਲ ਵਿੱਚ ਇਹ ਹੈ ਕਿ ਲੈਣ ਵਾਲੇ, ਜਦੋਂ ਲੈਣ ਵਾਲੇ ਦੀ ਗੱਲ ਮਿਲਦੀ ਹੈ ਤੇ ਉਹ ਸਿਆਸਤ ਆ ਜਾਂਦੀ ਹੈ ਜੀ। ਸਿਆਸੀ ਐਂਗਲ ਤੋਂ ਇਹੀ ਮੰਗ ਮੰਗਦੇ ਆ। ਜਦੋਂ ਦੇਣ ਵਾਲੇ ਨੂੰ ਉਹ ਵੀ ਸਿਆਸੀ ਐਂਗਲ ਤੋਂ ਹੀ ਦੇਣਾ ਚਾਹੁੰਦੇ ਨੇ, ਤੇ ਜਿਹੜੇ ਉੱਥੇ ਜਾ ਰਹੇ ਨੇ ਉਹਨਾਂ ਚ ਕੋਈ ਸਿਆਸਤਦਾਨ ਹੈ ਹੀ ਨਹੀਂ। ਉਹ ਤੇ ਦੇਖੋ ਸਿੱਖਾਂ ਦੀ ਮੇਨ ਸਟ੍ਰੀਮ ਚੋਂ ਬੰਦੇ ਜਾ ਰਹੇ ਨੇ, ਮੇਨ ਸਟ੍ਰੀਮ ਦਾ ਇੱਕ ਹਿੱਸਾ ਜਾ ਰਿਹਾ ਸਮਝੋ ਜੀ। ਮੁੱਖ ਧਾਰਾ ਇਸ ਵੇਲੇ ਸਿੱਖਾਂ ਨੇ ਸਾਬਤ ਕਰਤਾ ਆਪ ਨੂੰ ਜਿਤਾ ਕੇ ਕਿ ਅਕਾਲੀ ਨਹੀਂ ਹਨ। ਮੁੱਖ ਧਾਰਾ ਸਿੱਖਾਂ ਨੇ ਸਾਬਤ ਕਰਤਾ ਕਿ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਹਨ।
ਮੁੱਖ ਧਾਰਾ ਆਮ ਸਿੱਖ ਹੈ। ਆਮ ਸਿੱਖਾਂ ਵਿੱਚੋਂ ਕੋਈ ਪੜ੍ਹਿਆ ਲਿਖਿਆ ਵੀ ਜਾ ਰਿਹਾ, ਕੋਈ ਸੰਤ ਜਾ ਰਿਹਾ ਹੈ, ਕੋਈ ਮਤਲਬ ਪੁਰਾਣਾ ਇਹ ਜਾ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਮੈਂ ਮਤਲਬ ਇਹ ਗੱਲ ਜਿਹੜੀ ਹੈ ਤੁਹਾਨੂੰ ਇਹ ਤੁਹਾਡੀ ਆਡੀਅנס ਨਾਲ ਸਾਂਝੀ ਕਰਨਾ, ਤੁਸੀਂ ਤਾਂ ਸਿਆਣੇ ਬੰਦੇ ਹੋ, ਆਡੀਅנס ਸਾਂਝੀ ਇਹ ਕਰਨਾ ਚਾਹੁੰਦਾ ਕਿ ਭਾਈ ਗੁਰਦਾਸ ਦੀ ਇੱਕ ਲਾਈਨ ਹੈ, ਕਾਵਾਂ ਰੌਲੀ ਮੂਰਖ ਸੰਗੇ। ਉਹਦਾ ਜਦੋਂ ਕਾਵਾਂ ਰੌਲੀ ਪੈਂਦੀ ਹੈ ਨਾ, ਉਦੋਂ ਮੂਰਖ ਨੂੰ ਵੀ ਸ਼ਰਮ ਆ ਜਾਂਦੀ ਹੈ। ਮਤਲਬ ਇਹ ਉਹ ਹੈ ਇਹ ਗੱਲ ਕਿ ਇੱਕ ਪੁਰਾਣੇ ਜ਼ਮਾਨੇ ਵਿੱਚ ਬੰਦਾ ਨੰਗੇ ਸਿਰ ਘਰ ਆ ਗਿਆ ਖੂਹ ਦੇ ਨਾਲ ਕੇ, ਤੇ ਨੂੰਹ ਨੇ ਕਿਹਾ ਵੀ ਸਹੁਰਾ ਜਿਹੜਾ ਨੰਗੇ ਸਿਰ ਆ ਰਿਹਾ ਉਹਨੇ ਧਾ ਮਾਰ ਦਿੱਤੀ, ਤੇ ਧਾ ਮਾਰਤੀ ਤੇ ਉਹਨੂੰ ਦੇਖ ਕੇ ਬਾਕੀ ਰੋਣ ਲੱਗ ਪਏ। ਤੇ ਜਦੋਂ ਨੈਣ ਵੈਣ ਪਾਉਣ ਵਾਸਤੇ ਆਈ, ਉਹ ਕਹਿੰਦੇ ਕਿਹਦਾ ਨਾਂ ਲੈ ਕੇ ਵੈਣ ਪੈਣੀ ਹੈ, ਤੇ ਉਹ ਇੱਕ ਦੂਜੇ ਨੂੰ ਉਂਗਲਾ ਕਰੀ ਜਾਣ, ਤੇ ਉਹਦੇ ਤੋਂ ਉਹਨੇ ਕਲਮੀਨੇਟ ਕੀਤਾ ਹੋਇਆ ਵੀ ਕਾਮਰ ਵਾਲੀ ਇਸ ਵੇਲੇ ਹਾਲਤ ਇਹ ਹੈ ਸਾਡੀ ਕਿ ਕਿਸੇ ਨਹੀਂ ਪਤਾ ਗਿਆ ਜਿਹੜਾ ਕਿਉਂ ਗਿਆ ਹੈ ਤੇ ਉਹਨੂੰ ਕਿਉਂ ਰੋਕਣਾ ਸੀ, ਤੇ ਉਹਨੇ ਜਾ ਕੇ ਕੀ ਗਵਾਤਾ ਕਿਸੇ ਦਾ, ਉਹ ਇੰਡੀਵਿਜੂਅਲੀ ਗਿਆ ਹੈ। ਇੱਕ ਵੀ ਬੰਦਾ ਉਹਨੇ ਜੋ ਦੱਸੋ ਮੈਨੂੰ ਜਿਹੜਾ ਮਤਲਬ ਕਲੈਕਟਿਵਲੀ ਗਿਆ ਹੋਵੇ, ਕਿਸੇ ਨੂੰ ਰਿਪਰੈਜ਼ੈਂਟ ਕਰਦਾ ਹੋਵੇ। ਈਵਨ ਸੰਤ ਜਿਹੜੇ ਗਏ ਉਹ ਉਹਨਾਂ ਦੇ ਫਾਲੋਅਿੰਗ ਦੇ ਪ੍ਰਤੀਨਿਧ ਬਣ ਕੇ ਨਹੀਂ ਗਏ ਉਹ, ਤੇ ਇਹ ਮੋਦੀ ਸਾਹਿਬ ਨੂੰ ਵੀ ਪਤਾ ਹੈ। ਤੇ ਮੋਦੀ ਸਾਹਿਬ ਜਿਹੜਾ ਹਿੰਦੁਸਤਾਨ ਤੇ ਰਾਜ ਕਰ ਰਿਹਾ ਹੈ, ਉਹ ਇਹਨਾਂ ਨੂੰ ਜਿਹੜੇ ਮਤਲਬ ਉੱਠੇ ਦਾ ਭਾਨਮਤੀ ਦਾ ਕੁਨਬਾ ਆਈ ਜਾਂਦਾ, ਇਹਨੂੰ ਕੀ ਦੇ ਦੂਗਾ ਉਹ। ਸਾਡੇ ਕੋਲ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ, ਪੰਜਾਬ ਸਪੈਸੀਫਿਕ ਪ੍ਰੋਬਲਮ ਦੀਆਂ ਜਿਹੜੀਆਂ ਨੇ, ਪੰਜਾਬ ਦੇ ਸਿੱਖਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ, ਉਹਨੂੰ ਸਾਰੇ ਦੁਨੀਆ ਦੇ ਸਿੱਖ ਭੁਗਤ ਰਹੇ ਨੇ, ਤੇ ਦੁਨੀਆ ਦੇ ਸਿੱਖਾਂ ਦੀ ਪ੍ਰੋਬਲਮ ਪੰਜਾਬ ਭੁਗਤ ਰਿਹਾ ਹੈ, ਤੇ ਉਹ ਬਹਿ ਕੇ ਸੋਚ ਨਹੀਂ ਸਕਦੇ। ਹੁਣ ਮਤਲਬ ਇੱਕ ਬੰਦਾ ਖਾਲਸਾ ਦਾ ਨਾਰਾ ਮਾਰੀ ਜਾਂਦਾ ਹੈ, ਤੇ ਇੱਥੇ ਸਾਰੇ ਥਾਵਾਂ ਤੇ ਮਤਲਬ ਅਸੀਂ ਲਟਾਪਿੰਗ ਹੋ ਜਾਂਦੇ ਹਾਂ। ਮੈਂ ਇੱਕ ਵੱਡੇ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ, ਇੱਕ ਫਿਕਰਾ ਲਾਸਟ ਕਰਨਾ ਚਾਹੁੰਦਾ ਇਹ ਕਿ ਆਈਜੇ ਸਿੰਘ ਬੜਾ ਅੱਛਾ ਵਿਦਵਾਨ ਹੈ, ਤੇ ਉਹ ਕਹਿੰਦਾ ਸੀ ਯਾਰ ਤੁਸੀਂ ਗਿਣਤਾ ਲਾਓ, ਖਾਲਿਸਤਾਨ ਦੀ ਟੋਟਲ ਗਿਣਤੀ ਮਤਲਬ 0.00001 ਬਣਨੀ ਹੈ ਜਾ ਕੇ ਸਾਡੇ, ਤੇ ਤੁਸੀਂ ਉਹੀ ਸਾਡੇ ਗੱਲ ਪਾਈ ਜਾਂਦੇ ਹੋ। ਇਹਨਾਂ ਨੂੰ ਰਹਿਣ ਦਿਓ ਜੋ ਹੈ ਨੇ, ਇਹ ਤਾਂ ਵੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸਿੱਖ ਜਿਹੜਾ ਉਹਨੇ ਮਤਲਬ ਉਹ ਤੇ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਮਤਲਬ ਸਿੱਖਾਂ ਕਰਕੇ ਸਿੱਖੀ ਬਚੀ ਹੋਈ ਹੈ, ਕਿ ਗੁਰੂ ਗ੍ਰੰਥ ਸਾਹਿਬ ਕਰਕੇ ਬਚੀ ਹੋਈ ਹੈ। ਇਹ ਮੈਂ 100 ਵਾਰ ਸਾਂਝਾ ਕੀਤਾ ਤੇ ਕਿਹਾ ਵੀ ਸਿੱਖਾਂ ਕਰਕੇ ਸਿੱਖੀ ਨਹੀਂ ਬਚੀ ਹੋਈ, ਕਿਉਂਕਿ ਇਹ ਉਮਤ ਵਾਲਾ ਰਿਲੀਜਨ ਨਹੀਂ ਹੈ, ਇਹ ਨੰਬਰ ਵਾਲਾ ਰਿਲੀਜਨ ਨਹੀਂ ਹੈ। ਇਹ ਮੈਜੋਰਿਟੇਰੀਅਨ ਐਟਮੋਸਫੀਅਰ ਵਿੱਚ ਮਾਈਨੋਰਿਟੇਰੀਅਨ ਕੰਸਰਨ ਨੂੰ ਸਸਟੇਨ ਕਿਵੇਂ ਕਰ ਰਹੇ ਹੈ, ਇਹ ਹੈ ਸਿੱਖੀ। ਵਾਹ, ਕਮਾਲ ਹੈ। ਬਹੁਤ ਖੂਬਸੂਰਤ ਗੱਲ ਕਹਿ ਕੇ ਗੱਲ ਤੁਸੀਂ ਖਤਮ ਕਰਤੀ ਹੈ। ਤੁਹਾਡਾ ਪਹਿਲੀ ਗੱਲ ਵੀ ਬਹੁਤ ਚੰਗੀ ਲੱਗੀ ਕਿ ਸਾਰੀ ਰਾਤ ਰੋਂਦੀ ਰਹੀ, ਮਰਨ ਵਾਲੇ ਦਾ ਕੋਈ ਥੋ ਪਤਾ ਹੀ ਨਹੀਂ। ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਇਹਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਪੰਜਾਬ ਦੀ ਸਮੱਸਿਆ ਕੁਝ ਹੋਰ ਤਰ੍ਹਾਂ ਦੀ ਹੈ, ਲੇਕਿਨ ਇਹਨੂੰ ਐਡਰੈਸ ਕਿਸੇ ਹੋਰ ਤਰੀਕੇ ਨਾਲ ਕੀਤਾ ਜਾ ਰਿਹਾ, ਔਰ ਇਹਨੂੰ ਜਿੰਨਾ ਚਿਰ ਤੁਸੀਂ ਰੂਹਦਾਰੀ ਨਾਲ ਨਹੀਂ ਫੜੋਗੇ ਉਨੀ ਦੇਰ ਲੋਕ ਮਸਲੇ ਵੀ ਹੱਲ ਨਹੀਂ ਹੋਣੇ, ਤੇ ਲੋਕਾਂ ਨੇ ਤੁਹਾਨੂੰ ਉਸ ਤਰ੍ਹਾਂ ਦਾ ਸਰਟੀਫਿਕੇਟ ਜਿਹੜਾ ਤੁਸੀਂ ਭਾਲਦੇ ਹੋ ਉਹ ਨਹੀਂ ਦੇਣਾ। ਇਹ ਵਿਦਵਾਨਾਂ ਦੀ ਰਾਏ ਬਣਦੀ ਜਾ ਰਹੀ ਆ। ਹਾਲਾਂਕਿ ਇਹ ਵੀ ਸਵਾਲ ਉਠਾਉਂਦਾ ਵੀ ਵਿਦਵਾਨ ਕੌਣ, ਪਹਿਲਾਂ ਤਾਂ ਇਹ ਦੱਸ ਦਿਓ। ਚਲੋ ਭਾਈ, ਆਪਾਂ ਇਹ ਬਹਿਸ ਕਿਉਂ ਪੈਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।